ਆਪਣਾ ਪੰਜਾਬ ਦੇ ਸਰੋਤਿਆਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ। ਅੱਜ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਅੱਜ ਦੇ ਮੁੱਦੇ, ਔਰ ਮੇਰੇ ਨਾਲ ਨੇ ਸਰਦਾਰ ਇੰਦਰਦੀਪ ਸਿੰਘ ਜੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ। ਸਰਦਾਰ ਇੰਦਰਦੀਪ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ? ਬਹੁਤ ਠੀਕ, ਸਿਹਤਾਂ ਸੁਹਤਾਂ ਠੀਕ ਨੇ? ਹਾਂਜੀ, ਬਿਲਕੁਲ ਠੀਕ ਠਾਕ ਹੈ ਜੀ, ਫਸਟ ਕਲਾਸ। ਬੜੇ ਬੜੇ ਦਿਨਾਂ ਬਾਅਦ ਅੱਜ ਆ ਪ੍ਰੋਗਰਾਮ ਕਰਨ ਲੱਗੇ ਆਪਾਂ। ਤੇ ਸਰਦਾਰ ਸਾਹਿਬ, ਪ੍ਰੋਗਰਾਮ ਤੇ ਉਹੀ ਆ ਅੱਜ ਦੇ ਮੁੱਦੇ, ਔਰ ਅੱਜ ਦੇ ਮੁੱਦੇ ਸਾਨੂੰ ਲਿਜਾਂਦੇ ਨੇ ਪੰਜਾਬ ਵੱਲ ਔਰ ਹਿੰਦੁਸਤਾਨ ਵੱਲ, ਜਿੱਥੇ ਕਿ ਕਿਸਾਨ ਮੂਵਮੈਂਟ ਬੜੇ ਜ਼ੋਰਾਂ ਨਾਲ ਚੱਲ ਰਹੀ ਹੈ। ਔਰ ਹਾਂਜੀ ਹਾਂਜੀ, ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ ਕਿ ਅੱਜ ਜਿਹੜੀ ਕਿਸਾਨ ਮੂਵਮੈਂਟ ਆ 26 ਜਨਵਰੀ ਤੋਂ ਬਾਅਦ, ਅੱਜ ਉਹ ਮੂਵਮੈਂਟ ਕਿੱਥੇ ਖੜੀ ਆ, ਇਹਦੇ ਬਾਰੇ ਕੁਝ ਦੱਸੋ। ਦੇਖੋ ਜੀ, ਇਹ ਤਾਂ ਹੁਣ ਜਿਹੜੀ ਮੂਵਮੈਂਟ ਹੈਗੀ ਹੈ, ਇਹਨਾਂ ਨੂੰ ਹੁਣ ਜੇ ਆਪਾਂ ਕਿਸਾਨ ਦੀ ਮੂਵਮੈਂਟ ਨਾ ਕਹੀਏ ਤੇ ਬਿਹਤਰ ਰਹੇਗਾ। ਇਹ ਜ਼ਰੂਰ ਹੈ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਕਿਸਾਨਾਂ ਦੀਆਂ ਕੁਝ ਜਥੇਬੰਦੀਆਂ ਤੋਂ ਕੀਤੀ ਗਈ ਸੀ, ਔਰ ਉਹਨਾਂ ਕੋਲ ਕਿਸਾਨੀ ਨਾਲ ਜੁੜੇ ਹੋਏ ਜਿਹੜੇ ਨਵੇਂ ਲਾਅ ਮੋਦੀ ਸਰਕਾਰ ਨੇ ਪਾਸ ਕੀਤੇ ਸੀ, ਉਹਨਾਂ ਨਾਲ ਹੀ ਇਹਨਾਂ ਦਾ ਸਰੋਕਾਰ ਸੀ। ਪਰੰਤੂ ਸਮੇਂ ਜਿੱਦਾਂ ਜਿੱਦਾਂ ਅੱਛਾ। ਸਮਾਂ ਬੀਤਦਾ ਜਾ ਰਿਹਾ ਹੈਗਾ, ਇਹ ਜਿਹੜੀ ਮੂਵਮੈਂਟ ਹੈਗੀ ਹੈ, ਇਹ ਕਿਸਾਨਾਂ ਦੇ ਨਾਲੋਂ ਜਿਹੜੀ ਆਮ ਲੋਕਾਂ ਦੀ ਮੂਵਮੈਂਟ ਬਣ ਗਈ ਹੈ। ਇਹ ਇੱਕ ਜਮਹੂਰੀ ਮੂਵਮੈਂਟ ਬਣ ਗਈ ਹੈ, ਇੱਕ ਲੋਕਤੰਤਰੀ ਮੂਵਮੈਂਟ ਬਣ ਗਈ ਹੈ, ਜਿਹਦੇ ਵਿੱਚ ਸਮਾਜ ਦੇ ਸਾਰੇ ਅੰਗ ਜਿਹੜੇ ਹੈ ਉਹ ਸ਼ਾਮਲ ਹੈ। ਹਰ ਕਿਸਮ ਦੇ ਕਲਰ ਇਹਦੇ ਵਿੱਚ ਸ਼ਾਮਲ ਹੈ, ਹਰ ਕਿਸਮ ਦੀਆਂ ਜਾਤਾਂ ਸ਼ਾਮਲ ਹੈ, ਹਰ ਕਿਸਮ ਦੇ ਪ੍ਰਦੇਸ਼ ਸ਼ਾਮਲ ਹੈ, ਹਰ ਕਿਸਮ ਦੀ ਸੋਚ ਵੀ ਸ਼ਾਮਲ ਹੈ। ਠੀਕ, ਬਿਲਕੁਲ ਠੀਕ। ਹਾਂਜੀ। ਸੋ ਜਿਹੜਾ ਹੁਣ ਇਸ ਵੇਲੇ ਜਿਹੜੀ ਪੋਜੀਸ਼ਨ ਚੱਲ ਰਹੀ ਹੈ, ਉਹਦੇ ਮੁਤਾਬਕ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਚੱਲ ਪਈ ਹੈਗੀ, ਉਹਦੇ ਮੁਤਾਬਕ ਇਹ ਇਤਿਹਾਸ ਦੀਆਂ ਕਿਤਾਬਾਂ ਦਾ ਹੁਣ ਇੱਕ ਪਾਰਟ ਬਣੇਗੀ। ਹੁਣ ਇਹ ਮੂਵਮੈਂਟ ਕਿੱਥੇ ਜਾ ਕੇ ਖਤਮ ਹੁੰਦੀ ਹੈ, ਇਹ ਤਾਂ ਅੱਜ ਦੀ ਡੇਟ ਵਿੱਚ ਜਾਣਨਾ ਬੜਾ ਮੁਸ਼ਕਲ ਹੈਗਾ। ਪਰ ਇਹ ਗੱਲ ਪੱਕੀ ਹੈਗੀ ਹੈ ਕਿ ਇਸ ਮੂਵਮੈਂਟ ਦਾ ਜਿਹੜੀ ਭਾਰਤ ਦਾ ਇਤਿਹਾਸ ਹੈ, ਕੱਲਾ ਭਾਰਤ ਦਾ ਨਹੀਂ, ਮੈਂ ਕਹਾਂਗਾ ਕਿ ਜਿਹੜਾ ਦੁਨੀਆ ਦਾ ਇਤਿਹਾਸ ਹੈ, ਉਹਦੇ ਵਿੱਚ ਇੱਕ ਜਿਹੜਾ ਹੈ ਵਿਲੱਖਣ ਜਿਹੜਾ ਸਥਾਨ ਹੈ, ਉਹ ਇਸ ਨੂੰ ਦਿੱਤਾ ਜਾਏਗਾ। ਜਿਹੜੀ ਆਪਣੀਆਂ ਟ੍ਰੇਡ ਯੂਨੀਅਨਸ ਨੇ, ਜਾਂ ਕਾਮਰਸ ਦੇ ਛੋਟੇ ਛੋਟੇ ਜਿਹੜੇ ਇੰਡੀਅਨ ਟ੍ਰੇਡਰਸ ਕਾਮਰਸ ਐਸੋਸੀਏਸ਼ਨਸ ਨੇ, ਉਹਨਾਂ ਵੀ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ। ਉਹ ਵੀ ਪ੍ਰਧਾਨ ਮੰਤਰੀ ਜਾਂ ਮੋਦੀ ਸਰਕਾਰ ਦੀਆਂ ਪਾਲਿਸੀਆਂ ਤੋਂ ਬੜੇ ਔਖੇ ਨੇ, ਕਿਉਂਕਿ ਉਹ ਕਹਿੰਦੇ ਨੇ ਵੀ ਸਾਰਾ ਕੁਝ ਹੀ ਕਾਰਪੋਰੇਟ ਹੌਸਲੇ ਦਿੱਤਾ ਜਾ ਰਿਹਾ। ਛੋਟਾ ਜਿਹੜਾ ਦੁਕਾਨਦਾਰ ਆ, ਛੋਟਾ ਕਾਰੋਬਾਰੀ ਆ, ਉਹ ਵੀ ਪਿਸਦਾ ਜਾ ਰਿਹਾ। ਇਹਦਾ ਵੀ ਨਾਲ ਅਟੈਚ ਹੋ ਗਿਆ। ਔਰ ਉਸ ਤੋਂ ਬਾਅਦ ਬੈਂਕਾਂ ਦੀਆਂ ਮੂਵਮੈਂਟ ਸਟ੍ਰਾਈਕਸ, ਔਰ ਸਟੂਡੈਂਟਸ ਦੀ ਵੀ ਸਟ੍ਰਾਈਕਸ ਜਿਹੜੀ ਆ, ਬੇਰੁਜ਼ਗਾਰਾਂ ਦੀਆਂ ਡਿਮਾਂਡਸ, ਉਹ ਵੀ ਡੇ ਬਾਈ ਡੇ ਵੱਧਦੀਆਂ ਜਾ ਰਹੀਆਂ। ਇਹਦੇ ਬਾਰੇ ਕੋਈ ਦੱਸੋ ਵੀ ਇਹ ਮਤਲਬ ਇਹ ਮੋੜਵਾਂ ਜਵਾਬ ਹੈ ਲੋਕਾਂ ਦਾ ਮੋਦੀ ਸਰਕਾਰ ਦੀ ਜਿੱਦ ਨੂੰ, ਕਿ ਇਹ ਆਉਣਾ ਹੀ ਸੀ ਇਸ ਮੂਵਮੈਂਟ ਦੇ ਅਧੀਨ। ਦੇਖੋ ਜੀ, ਦੇਖੋ ਜਦੋਂ ਕੋਈ ਮੂਵਮੈਂਟ ਚੱਲਦੀ ਹੈ ਨਾ ਜੀ, ਉਹਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਤਾਂ ਪਾਰਟ ਸ਼ਰਮਾ ਜੀ ਇਹ ਹੁੰਦਾ ਕਿ ਕਿਹੜੇ ਕਾਰਨ ਸੀ ਜਿਹਦੇ ਕਰਕੇ ਇਹ ਜਿਹੜੀ ਮੂਵਮੈਂਟ ਹੈਗੀ ਆ ਉਹ ਚਲਾਈ ਗਈ। ਦੂਜਾ ਕਾਰਨ ਹੁੰਦਾ ਕਿ ਇਹ ਕਾਰਨ ਕੀ ਬਣਿਆ, ਇੱਕ ਜਿਹੜੀ ਮੂਵਮੈਂਟ ਜਿਸ ਗੱਲ ਨੇ ਉਸ ਸਾਰੀ ਮੂਵਮੈਂਟ ਨੂੰ ਟ੍ਰਿਗਰ ਕੀਤਾ, ਉਹ ਕਿਹੜੀ ਗੱਲ ਸੀ। ਠੀਕ। ਹੁਣ ਦੇਖੋ, ਵੈਸੇ ਤਾਂ ਜੇ ਦੇਖਿਆ ਜਾਏ ਕਿ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨੀ ਦਾ ਜਿਹੜਾ ਸੰਕਟ ਹੈ ਬੜੇ ਸਮੇਂ ਤੋਂ ਚੱਲ ਰਿਹਾ ਸੀ। ਠੀਕ ਹੈ ਜੀ। ਜਿੱਥੋਂ ਤੱਕ ਬਾਕੀ ਜਿਹੜੇ ਮਸਲੇ ਹੈਗੇ, ਭਾਵੇਂ ਉਹ ਲੇਬਰ ਦੇ ਹੈ, ਭਾਵੇਂ ਟ੍ਰੇਡ ਯੂਨੀਅਨ ਦੇ ਹੈਗੇ ਆ, ਭਾਵੇਂ ਕੋਈ ਧਰਮ ਨਾਲ ਜੁੜੇ ਹੋਏ ਆ, ਆਲਰੇਡੀ ਚੱਲ ਰਹੇ ਸੀ, ਉਹ ਧੁਖਦੇ ਪਏ ਸੀ ਮਸਲੇ। ਪਰ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਸੀ ਕਿ ਕੋਈ ਵੀ ਉਹਨਾਂ ਦੇ ਪ੍ਰਗਟਾਵਾ ਕਰਨ ਦੇ ਲਈ ਕੋਈ ਵੀ ਪ੍ਰੋਪਰ ਜਿਹੜਾ ਪਲੇਟਫਾਰਮ ਹੈ ਉਹ ਨਹੀਂ ਸੀ ਮਿਲ ਰਿਹਾ। ਜਿੱਦਾਂ ਹੁਣ ਦੇਖੋ, ਇਹ ਤਾਂ ਹੈ ਨਹੀਂ ਕਿ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਹੈ, ਜਾਂ ਜਿਹੜਾ ਅਯੋਧਿਆ ਦਾ ਜਿਹੜਾ ਵਰਡਿਕਟ ਹੈ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ, ਜਾਂ ਜਿਹੜਾ ਐਬਰੋਗੇਸ਼ਨ ਕੀਤੀ ਹੈ ਇਹਨਾਂ ਨੇ 370 ਦੀ JNK ਦੇ ਵਿੱਚ, ਜਾਂ ਜਿਹੜਾ ਟ੍ਰਿਪਲ ਤਲਾਕ ਹੈ, ਇਹਦੇ ਬਾਰੇ ਲੋਕਾਂ ਦੇ ਅੰਦਰ ਜਿਹੜਾ ਰਿਐਕਸ਼ਨ ਸੀ, ਜਿਹੜਾ ਗੁੱਸਾ ਸੀ,
ਜਾਂ ਇੱਕ ਕਹਿ ਲਓ ਇੱਕ ਪੈਂਟ ਅਪ ਜਿਹੜੀਆਂ ਫੀਲਿੰਗ ਸੀ ਉਹ ਬੜੇ ਚਿਰਾਂ ਤੋਂ ਭਰੀਆਂ ਪਈਆਂ ਸੀ। ਇਹ ਠੀਕ ਹੈ ਕਿ ਸਰਕਾਰ ਨੇ ਆਪਣੀਆਂ ਨੀਤੀਆਂ ਜਿਹਦੇ ਵਿੱਚ ਕਿ ਪੋਲਰਾਈਜੇਸ਼ਨ ਕਰਨ ਦੀ ਸਭ ਤੋਂ ਇੱਕ ਪ੍ਰੋਮੀਨੈਂਟ ਨੀਤੀ ਹੈਗੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਨੂੰ ਲੋਕਤਾਂਤਰਿਕ ਤਰੀਕੇ ਨਾਲ ਕਰਨ ਦੀ ਬਜਾਏ ਉਹਨਾਂ ਦੇ ਅੰਦਰ ਇੰਨੇ ਕੁ ਹਿੱਸਿਆਂ ਦੇ ਵਿੱਚ ਉਹਨਾਂ ਨੂੰ ਵੰਡ ਦਿਓ ਕਿ ਉਹ ਆਪਸ 'ਚ ਗੱਲ ਕਰਨ ਜੋਗੇ ਨਾ ਰਹਿਣ। ਇਹੀ ਤਰੀਕੇ ਨਾਲ ਦੇਖੋ ਪਹਿਲਾਂ ਜਿਹੜਾ JNK ਸੀ, ਜਦੋਂ ਉਹਨਾਂ ਨੇ ਦੇਖਿਆ ਕਿ ਸਟੇਟ ਦੇ ਵਿੱਚ ਕੋਈ ਰਿਐਕਸ਼ਨ ਹੋ ਸਕਦਾ ਹੈ ਤਾਂ ਉਸ ਨੂੰ ਪੋਲਰਾਈਜ਼ ਕਰ ਦਿੱਤਾ ਵੀ ਇਹ ਮੁਸਲਿਮ ਕਮਿਊਨਿਟੀ ਹੈ, ਪਾਕਿਸਤਾਨ ਦੇ ਏਜੰਟ ਹੈ, ਬਲਾ ਬਲਾ, ਉਹਨਾਂ ਦੇ ਹਜ਼ਾਰ ਕਿਸਮ ਦੇ ਜਿਹੜੇ ਐਲੀਗੇਸ਼ਨ ਲਗਾਏ ਔਰ ਉਸ ਨੂੰ ਜਿਹੜੀ ਮੂਵਮੈਂਟ ਸੀ ਉਹਨੂੰ ਰਿਪਰੈਸ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਜਿਹੜੀ ਸ਼ਹੀਨ ਬਾਗ ਦੇ ਵਿੱਚ ਮੂਵਮੈਂਟ ਜਿਹੜੀ ਵਿੱਢੀ ਗਈ ਸੀ ਅਗੇਂਸਟ ਸਿਟੀਜ਼ਨ ਅਮੈਂਡਮੈਂਟ ਐਕਟ, ਉਸ ਨੂੰ ਵੀ ਰਿਪਰੈਸ ਕਰ ਦਿੱਤਾ ਗਿਆ ਔਰ ਉਸ ਨੂੰ ਇੱਕ ਕੂਲ ਸ਼ੇਪ ਦੇ ਦਿੱਤੀ ਗਈ। ਇਹੀ ਕਾਰਨ ਸੀ ਕਿ ਜਦੋਂ ਉਹ ਮੂਵਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਜਿਹੜਾ ਅੰਜਾਮ ਭੁਗਤਣਾ ਪਿਆ, ਜਿਹੜਾ ਉਹਦਾ ਸਿਲਾ ਉਹਨੂੰ ਦਿੱਤਾ ਗਿਆ, ਉਹ ਸੀ ਕਮਿਊਨਲ ਡਿਵਾਈਡ, ਔਰ ਜਿਹਦਾ ਕਿ ਦਿੱਲੀ ਦੇ ਜਿਹੜੇ ਰਹਿਣ ਵਾਲੀ ਮੁਸਲਿਮ ਕਮਿਊਨਿਟੀ ਹੈ ਉਸ ਨੂੰ ਖਮਿਆਜਾ ਭੁਗਤਣਾ ਪਿਆ। ਸੋ ਕਹਿਣ ਤੋਂ ਮਤਲਬ ਹੈ ਕਿ ਦੇਖੋ ਇੱਕ ਕੋਵਿਡ ਦੀ ਸਿਚੁਏਸ਼ਨ ਸੀ, ਇਹ ਸੀ ਕਿ ਜੇ ਸਰਕਾਰ ਇੱਕ ਵੈਲਫੇਅਰ ਸਟੇਟ ਚਲਾ ਰਹੀ ਹੈ ਤਾਂ ਐਕਸਪੈਕਟ ਤਾਂ ਇਹ ਕੀਤਾ ਜਾਂਦਾ ਸੀ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਲੋਕਾਂ ਦੀ ਭਲਾਈ ਦੇ ਲਈ ਕੋਈ ਨਾ ਕੋਈ ਕੰਮ ਕਰਦੀ, ਪਰ ਸਰਕਾਰ ਨੇ ਲੇਬਰ ਲਾਜ਼ ਚੇਂਜ ਕੀਤੀ ਔਰ ਜਿਹੜੇ ਇਹਨਾਂ ਦੇ ਪ੍ਰਮੁੱਖ ਸਟੇਟਾਂ ਹੈਗੀਆਂ, ਭਾਵੇਂ ਉਹ UP ਹੈ ਤੇ ਭਾਵੇਂ ਮੱਧ ਪ੍ਰਦੇਸ਼ ਹੈ, ਉਹਦੇ ਵਿੱਚ ਇਮੀਡੀਏਟਲੀ ਜਿਹੜੇ ਅਮੈਂਡਮੈਂਟ ਕੀਤੇ ਹੋਏ ਜਿਹੜੇ ਲੇਬਰ ਲਾਅ ਸੀ ਉਹਨਾਂ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ। ਔਰ ਇਹ ਜਿਹੜੀ ਗੱਲ ਹੈਗੀ ਹੈ ਇਹਦੇ ਨਾਲ ਜਿਹੜੀ ਸਰਕਾਰ ਹੈ ਉਹਨੇ ਕੋਈ ਵੀ ਜਿਹੜਾ ਹੈਗਾ ਜਿਹੜੀ ਜਿੱਦਾਂ ਹੁਣ ਆਪਾਂ ਜਦੋਂ ਕ੍ਰਾਈਸਿਸ ਬਣਿਆ ਕੋਵਿਡ ਦਾ, ਕਿੰਨੀ ਲੇਬਰ ਤੰਗ ਹੋਈ, ਇੱਕ ਪਾਸੇ ਤਾਂ ਲੇਬਰ ਲਾਅ ਚੇਂਜ ਕਰ ਦਿੱਤੇ, ਦੂਸਰਾ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਉਸ ਨੂੰ ਕੋਈ ਇੱਕ ਰਿਸਪੌਂਸਿਬਲ ਸਰਕਾਰ ਹੋਣ ਦੇ ਨਾਤੇ ਜਿਹੜੀ ਇੱਕ ਡਿਊਟੀ ਬਣਦੀ ਸੀ ਸਰਕਾਰ ਉਹ ਨਹੀਂ ਨਿਭਾਈ ਗਈ। ਹੁਣ ਰਿਜ਼ਲਟ ਕੀ ਹੈ ਕਿ ਜਦੋਂ ਸਾਰੇ ਪਾਸੇ ਰਿਪਰੈਸ਼ਨ ਦਾ ਦੌਰ ਬਣ ਗਿਆ ਔਰ ਸਰਕਾਰ ਜਿਹੜੀ ਹੈ ਕਿਸੇ ਦੇ ਵੱਲ ਧਿਆਨ ਹੀ ਨਹੀਂ ਸੀ ਦੇ ਰਹੀ, ਸਿਰਫ ਇਹੀ ਸੀ ਕਿ ਇਹ ਜਿਹੜਾ ਇਹਨਾਂ ਦਾ ਜਿਹੜਾ ਵੀ ਸੈੱਲ ਹੈਗਾ IT ਸੈੱਲ ਹੈਗਾ, ਸਿਰਫ ਉਹਦੇ ਕੋਲ ਹੀ ਇੱਕ ਤਰੀਕਾ ਰਹਿ ਜਾਂਦਾ ਸੀ ਕਿ ਅਸੀਂ ਜਿਹੜੇ ਲੋਕ ਹੈ ਉਹਨਾਂ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਡਿਵਾਈਡ ਕਰਨਾ, ਔਰ ਉਹੀ ਜਿਹੜੀ ਪੁਰਾਣੀ ਜਿਹੜੀ ਅੰਗਰੇਜ਼ਾਂ ਦੀ ਪਾਲਿਸੀ ਹੈਗੀ ਹੈ ਡਿਵਾਈਡ ਐਂਡ ਰੂਲ ਵਾਲੀ, ਉਹੀ ਇਹ ਜਿਹੜੀ ਸਰਕਾਰ ਹੈ ਉਹ ਤੇ ਚੱਲਦੀ ਰਹੀ। ਹੁਣ ਹਾਲਤ ਇਹ ਆ ਗਈ ਹੈ ਕਿ ਜਿਹੜਾ ਇੱਕੋ ਟ੍ਰਿਗਰਿੰਗ ਪੁਆਇੰਟ ਹੈਗਾ ਸੀ ਉਹ ਇਸ ਮੂਵਮੈਂਟ ਨੇ ਦੇ ਦਿੱਤਾ। ਹੁਣ ਦੇਖੋ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਦਬੀ ਹੋਈ ਜ਼ੁਬਾਨ ਦੇ ਵਿੱਚ ਸਰਕਾਰ ਦੇ ਜਿਹੜੇ ਹਿਤੈਸ਼ੀ ਹੈਗੇ ਆ ਉਹ ਕਹਿੰਦੇ ਆ ਕਿ ਜੇ ਅਸੀਂ ਕਿਸਾਨਾਂ ਦੀ ਅੱਜ ਡਿਮਾਂਡ ਮੰਨ ਲਈ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਉੱਠ ਪੈਣੀਆਂ ਸਰਕਾਰ ਦੇ ਖਿਲਾਫ। ਔਰ ਜਿੱਦਾਂ ਹੁਣ ਕੋਈ CA ਦਾ ਮਸਲਾ ਹੈਗਾ, ਜਿਹੜਾ ਨੈਸ਼ਨਲ ਰਜਿਸਟਰ ਬਣਾਇਆ ਉਹਦਾ ਮਸਲਾ ਹੈ, JNK ਦਾ, ਅਯੋਧਿਆ ਦਾ, ਟ੍ਰਿਪਲ ਤਲਾਕ ਦਾ, ਏਦਾਂ ਹੀ ਹੋਰ ਕੋਈ ਮਸਲੇ ਹੈਗੇ ਆ। ਉਹ ਕਹਿੰਦੇ ਸਾਰੇ ਜਿਹੜੇ ਮਸਲੇ ਹੈਗੇ ਉੱਠ ਪੈਣਗੇ, ਈਵਨ ਲੇਬਰ ਦਾ ਵੀ ਸੰਬੰਧਿਤ ਮੁਸਲਿਮ ਜਿਹੜੇ ਲੇਬਰ ਨਾਲ ਸੰਬੰਧਿਤ ਜਿਹੜੇ ਮਸਲੇ ਹੈਗੇ ਆ ਉਹ ਵੀ ਉੱਠ ਪੈਣਗੇ। ਸੋ ਉਹਨਾਂ ਨੂੰ ਇਹ ਡਰ ਨਹੀਂ ਹੈਗਾ ਕਿ ਅਸੀਂ ਕਿਸਾਨਾਂ ਦੀ ਜੇ ਮੰਗ ਮੰਨਦੇ ਹਾਂ ਤਾਂ ਉਹਦਾ ਕੀ ਅਸਰ ਹੋਏਗਾ। ਉਹਨਾਂ ਦਾ ਫੋਕਸ ਸਿਰਫ ਕਿਸਾਨਾਂ ਦੀ ਡਿਮਾਂਡ ਮੰਨਣ ਜਾਂ ਮੰਨਣ ਉੱਤੇ ਸੀਮਿਤ ਨਹੀਂ ਹੈ। ਉਹਨਾਂ ਨੂੰ ਹੈ ਕਿ ਵੀ ਜੇ ਇਹ ਇੱਕ ਪ੍ਰਥਾ ਪੈ ਗਈ ਮੰਗ ਬਣਾਉਣ ਦੀ ਤਾਂ ਇਹਦਾ ਇੰਪੈਕਟ ਜਿਹੜਾ ਹੈਗਾ ਪੋਲੀਟੀਕਲੀ ਉਹਨਾਂ ਦੀ ਸਰਕਾਰ ਉੱਤੇ ਕੀ ਪਏਗਾ, ਇਹ ਉਹਨਾਂ ਦਾ ਜ਼ਿਆਦਾ ਫੋਕਸ ਹੈ। ਠੀਕ, ਇਹ ਆਪਣਾ ਇੰਦਰਦੀਪ ਜੀ, ਇੱਕ ਚੀਜ਼ ਇੱਥੋਂ ਉੱਭਰ ਕੇ ਆਉਂਦੀ ਆ ਵੀ ਕਿਸਾਨਾਂ ਦਾ ਮੋੜਵਾਂ ਜਵਾਬ। ਜਦੋਂ 26 ਜਨਵਰੀ ਨੂੰ ਜਿਹੜੀ ਨਰੇਟਿਵ ਕ੍ਰੀਏਟ ਕੀਤਾ ਗਿਆ ਸਰਕਾਰ ਵੱਲੋਂ, ਮੀਡੀਆ ਵੱਲੋਂ, ਜਿਹੜਾ ਗੋਦੀ ਮੀਡੀਆ ਉਹਦੇ ਵੱਲੋਂ ਇੱਕ ਨਰੇਟਿਵ ਤਿਆਰ ਕੀਤਾ ਗਿਆ, ਕੁਝ ਏਜੰਸੀਆਂ ਨੇ ਬੰਦੇ ਵੀ ਖੜੇ ਕੀਤੇ ਵਿੱਚ ਵਾੜੇ ਕਿ ਇਹ ਜਿਹੜੀ ਆ ਮੂਵਮੈਂਟ ਖਾਲਿਸਤਾਨੀਆਂ ਦੀ ਮੂਵਮੈਂਟ ਆ, ਅੱਤਵਾਦੀ ਆ ਗਏ ਨੇ, ਪ੍ਰੋ ਪਾਕਿਸਤਾਨੀ ਲੋਕ ਨੇ, ਨਕਸਲਾਈਟਸ ਨੇ, ਮਾਓਵਾਦੀ ਨੇ, ਕਮਿਊਨਿਸਟਾਂ ਦਾ ਆ, ਮਤਲਬ ਇਹ ਸਾਰਾ ਕਈ ਕੁਛ ਇਲਜ਼ਾਮ ਲਗਾਏ। ਔਰ ਉਹ ਮੰਦਭਾਗਾ ਦਿਨ ਵੀ ਹੋ ਗਿਆ, ਉਹ ਘਟਨਾ ਘਟ ਵੀ ਗਈ ਕਿ 26 ਜਨਵਰੀ ਨੂੰ ਕੁਛ ਐਲੀਮੈਂਟਸ ਜਿਹੜੇ ਉਹ ਲਾਲ ਕਿਲੇ 'ਤੇ ਚਲੇ ਗਏ ਔਰ ਜਿਹੜਾ ਰਸਤਾ ਅਲਾਟ ਕੀਤਾ ਸੀ ਉਹ ਰਸਤਿਆਂ ਉੱਤੇ ਉਹਨਾਂ ਨੇ, ਗੌਰਮੈਂਟ ਨੇ ਉਹਨਾਂ ਨੂੰ ਬੈਰੀਕੇਡਸ ਲਾਤੇ ਔਰ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ।
ਔਰ ਲੇਕਿਨ ਫਿਰ ਵੀ ਉਹ ਜਥੇਬੰਦੀਆਂ ਗਈਆਂ, ਉਹਨਾਂ ਜਿਹੜੇ ਰਸਤੇ ਅਲਾਟ ਕੀਤੇ ਸੀ, ਔਰ ਉਹਨਾਂ ਰਸਤਿਆਂ ਤੇ ਨੂੰ ਨਾ ਦਿਖਾਉਂਦੇ ਹੋਏ ਮੀਡੀਆ ਨੇ, ਜਿਹੜਾ ਮੋਦੀ ਮੀਡੀਆ ਜਾਂ ਗੋਦੀ ਮੀਡੀਆ, ਉਹਨਾਂ ਨੇ ਸਿਰਫ ਬਦਨਾਮ ਕੀਤਾ ਉਸ ਲਾਲ ਕਿਲੇ ਨੂੰ, ਜਦ ਕਿ ਝੰਡੇ ਦਾ ਕੋਈ ਅਪਮਾਨ ਨਹੀਂ ਸੀ ਹੋਇਆ। ਇੱਕ ਨਿਸ਼ਾਨ ਸਾਹਿਬ ਦਾ ਚਲਾਇਆ ਗਿਆ ਸੀ, ਚਲੋ ਉਹਦੇ ਬਾਬਤ ਥੋੜ੍ਹਾ ਜਿਹਾ ਬਾਅਦ 'ਚ ਡਿਸਕਸ ਕਰਦੇ ਹਾਂ। ਲੇਕਿਨ ਕਿਸਾਨਾਂ ਨੇ ਜਿਹੜਾ ਮੋੜਵਾਂ ਜਵਾਬ ਦਿੱਤਾ 26 ਜਨਵਰੀ ਤੋਂ ਬਾਅਦ, ਉਹ ਸਾਰੀ ਗੇਮ ਪਲਟ ਕੇ ਰੱਖਦੀ। ਆਪਾਂ ਉਹਨਾਂ ਨੇ ਜਦੋਂ ਵਾਲ ਕ੍ਰੀਏਟ ਕੀਤੀ, ਹੱਥ ਫੜੇ ਇੱਕ ਦੂਜੇ ਦੇ, ਔਰ ਰੇਲਵੇ ਸਟ੍ਰਾਈਕ ਕਰਾਈ, ਔਰ ਭਾਰਤ ਬੰਦ ਦਾ ਸੱਦਾ ਦਿੱਤਾ, ਉਹ ਬੜੇ ਪੀਸਫੁਲ ਗੁਜ਼ਰੇ। ਔਰ ਜਦੋਂ ਰਕੇਸ਼ ਟਕੈਤ ਨੇ ਜਿਹੜਾ ਸ਼ਾਟਿੰਗ ਕੀਤੀ ਉੱਥੇ ਜਾ ਕੇ, ਜਿਹੜਾ ਰੋਇਆ, ਉਹਦੇ ਬਾਰੇ ਜਿਹੜਾ ਮੋੜਵਾਂ ਜਵਾਬ ਦਿੱਤਾ। ਔਰ ਹੁਣ ਜਿੱਦਾਂ ਮੂਵਮੈਂਟ ਚੱਲ ਰਹੀ ਹੈ ਡੇ ਬਾਈ ਡੇ, ਕਦੀ ਯੂਥ ਫੈਸਟੀਵਲ ਮਨਾਉਂਦੇ, ਡੇ ਮਨਾਉਂਦੇ ਨੇ, ਕਦੀ ਇਹਦੇ ਬਾਰੇ ਦੱਸੋ ਵੀ ਇਹ ਸਹੀ ਜਵਾਬ ਦਿੱਤਾ ਕਿਸਾਨਾਂ ਨੇ ਸਰਕਾਰ ਨੂੰ, ਔਰ ਸਰਕਾਰ ਨੂੰ ਮਜਬੂਰ ਕਰ ਪਾਉਣਗੇ? ਦੇਖੋ, ਪਹਿਲਾਂ ਤਾਂ ਇਹ ਗੱਲ ਸਮਝੀਏ ਕਿ ਜਿਹੜਾ ਕੁਝ ਸਰਕਾਰ ਕਰ ਰਹੀ ਹੈ ਉਹ ਕਿਸ ਆਧਾਰ ਤੇ ਕਰ ਰਹੀ ਹੈ। ਦੇਖੋ, ਪਹਿਲਾਂ ਇਹ ਸਮਝਣਾ ਪਏਗਾ ਵੀ ਜੋ ਕੁਝ 26 ਜਨਵਰੀ ਨੂੰ ਹੋਇਆ ਜਾਂ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਉਹਦਾ ਪਿੱਛੇ ਮਨੋਰਥ ਕੀ ਹੈ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਭਾਵੇਂ ਜਿਹੜਾ ਮਰਜ਼ੀ ਸਮਾਜ ਹੋਏ, ਜਿਹੜੀ ਮਰਜ਼ੀ ਕਮਿਊਨਿਟੀ ਹੋਏ, ਜਿਹੜਾ ਮਰਜ਼ੀ ਦੇਸ਼ ਹੋਏ, ਜਿਹੜਾ ਮਰਜ਼ੀ ਪ੍ਰੋਵਿੰਸ ਹੋਏ, ਉਹਦੇ ਅੰਦਰ ਹਰ ਕਿਸਮ ਦੇ ਲੋਕ ਹੁੰਦੇ ਆ। ਹੁਣ ਜੇ ਆਪਾਂ ਇਸ ਗੱਲ ਨੂੰ ਛੱਡ ਦਈਏ ਤਾਂ ਤੁਸੀਂ ਥੋੜਾ ਜਿਹਾ ਧਿਆਨ ਦਿਓ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਕੱਲਾ ਜੇ ਆਪਾਂ ਮਾਡਰਨ ਇੰਡੀਆ ਦੀ ਗੱਲ ਕਰੀਏ ਤੇ ਖਾਸ ਕਰਕੇ ਜਿਹੜੀ ਤੁਹਾਡੀ ਨੈਸ਼ਨਲਿਸਟ ਮੂਵਮੈਂਟ ਚੱਲੀ ਸੀ ਇੰਡੀਪੈਂਡੈਂਸ ਦੇ ਲਈ, ਉਹਦੇ ਵਿੱਚ ਦੇਖੀਏ ਤਾਂ ਹਰ ਕਿਸਮ ਦੇ ਹੈਗੇ ਸੀ, ਹਰ ਕਿਸਮ ਦੇ ਫੈਕਸ਼ਨ ਸੀ। ਕੁਝ ਨਰਮ ਦਲੀਏ ਸੀ, ਕੁਝ ਗਰਮ ਦਲੀਏ ਸੀ, ਕੋਈ ਟੈਰਰਿਸਟ ਵੀ ਕਹਿ ਦਿੰਦੇ ਸੀ, ਕੋਈ ਐਕਸਟ੍ਰੀਮਿਸਟ ਵੀ ਕਹਿ ਦਿੰਦੇ ਸੀ, ਕੁਝ ਬਿਲਕੁਲ ਹੀ ਸਰਕਾਰ ਦੇ ਤੋਂ ਬਿਨਾਂ ਚੱਲਣ ਵਾਲੇ ਨਹੀਂ ਸੀ, ਕੋਈ ਸਰਕਾਰ ਦੇ ਵਿਰੋਧੀ ਸੀ ਪਰ ਕੋਆਪਰੇਸ਼ਨ ਨਾਲ ਚੱਲਣਾ ਚਾਹੁੰਦੇ ਸੀ। ਇਸੇ ਤਰੀਕੇ ਨਾਲ ਜਦੋਂ ਵੀ ਕੋਈ ਵੀ ਸਮਾਜ ਹੁੰਦਾ ਹੈ, ਉਹਦੇ ਅੰਦਰ ਸਾਰੇ ਬੰਦੇ ਨਾ ਤੇ ਚੰਗੇ ਹੁੰਦੇ ਆ ਨਾ ਹੀ ਮਾੜੇ ਹੁੰਦੇ ਆ। ਔਰ ਸਰਕਾਰਾਂ ਦੇ ਕੋਲ ਕਿੱਦਾਂ ਹੁੰਦਾ ਹੈ, ਜਿੱਦਾਂ ਹੁਣ ਆਪਾਂ ਆਮ ਤੌਰ ਤੇ ਇਹ ਐਲੀਗੇਸ਼ਨ ਲਗਾਇਆ ਜਾਂਦਾ ਹੈ ਕਿ ਲਓ ਜੀ ਇਹਦੇ ਵਿੱਚ ਤਾਂ ਨਕਸਲੀ ਆ ਗਏ, ਇਹਦੇ ਵਿੱਚ ਤਾਂ ਖਾਲਿਸਤਾਨੀ ਆ ਗਏ। ਦੇਖੋ, ਖਾਲਿਸਤਾਨੀ ਵਰਡ ਜਾਂ ਨਕਸਲੀ ਵਰਡ ਕੋਈ ਅਸਮਾਨ ਤੋਂ ਤਾਂ ਆਇਆ ਹੀ ਨਹੀਂ। ਇਹਦਾ ਮਤਲਬ ਇਹਦੀਆਂ ਜਿਹੜੀਆਂ ਤਰੰਗਾਂ ਹੈਗੀਆਂ ਉਹ ਹਮੇਸ਼ਾ ਹੀ ਹਰ ਸਿਸਟਮ 'ਚ ਅਵੇਲੇਬਲ ਹੁੰਦੀਆਂ। ਜਿੱਦਾਂ ਆਪਾਂ ਆਪਣੀ ਸਰੀਰ ਦੀ ਗੱਲ ਕਹੀਏ, ਆਪਾਂ ਕਹਿੰਦੇ ਆਪਾਂ ਆਪਣੇ ਅੰਦਰ ਕੈਂਸਰ ਕਿੱਦਾਂ ਹੋ ਸਕਦਾ, ਜਦੋਂ ਕਿ ਕੈਂਸਰ ਦੇ ਸੈੱਲ ਹਮੇਸ਼ਾ ਆਪਣੀ ਬਾਡੀ 'ਚ ਅਵੇਲੇਬਲ ਰਹਿੰਦੇ ਆ। ਇਸੇ ਤਰੀਕੇ ਨਾਲ ਜਿਹੜੇ ਐਕਸਟ੍ਰੀਮ ਐਲੀਮੈਂਟਸ ਹੈਗੇ ਆ, ਉਹ ਭਾਵੇਂ ਆਈਡੀਓਲੋਜੀ ਦੇ ਹੋਣ, ਭਾਵੇਂ ਧਰਮ ਦੇ ਹੋਣ, ਭਾਵੇਂ ਭਾਸ਼ਾ ਦੇ ਹੋਣ, ਉਹ ਹਰ ਕਮਿਊਨਿਟੀ ਦੇ ਵਿੱਚ, ਹਰ ਸਮਾਜ ਦੇ ਵਿੱਚ, ਹਰ ਪ੍ਰੋਵਿੰਸ ਦੇ ਵਿੱਚ, ਹਰ ਸਟੇਟ ਦੇ ਵਿੱਚ ਹਮੇਸ਼ਾ ਤੋਂ ਅਵੇਲੇਬਲ ਰਹਿੰਦੇ ਆ। ਹੁਣ ਗੱਲ ਕੀ ਹੈ ਕਿ ਕੀ ਤੁਹਾਡਾ ਸਰੀਰ ਇੰਨਾ ਕੁ ਤਕੜਾ ਹੈਗਾ ਕਿ ਤੁਸੀਂ ਉਹ ਜਿਹੜੇ ਕੈਂਸਰ ਦੇ ਸੈੱਲ ਹੈਗੇ ਆ ਉਹਨਾਂ ਦੇ ਨੂੰ ਕੰਟਰੋਲ ਕਰਕੇ ਰੱਖਦੇ ਹੋ, ਉਹਨਾਂ ਨੂੰ ਮਾਰ ਕੇ ਰੱਖਦੇ ਹੋ, ਉਹਨਾਂ ਨੂੰ ਰਿਪਰੈਸ ਕਰਕੇ ਰੱਖਦੇ ਹੋ। ਇਹ ਤੁਹਾਡੇ ਸਰੀਰ ਦੀ ਜਿਹੜਾ ਇਮਿਊਨ ਸਿਸਟਮ ਉਸ ਤੇ ਡਿਪੈਂਡ ਕਰਦਾ। ਜੇ ਅਸੀਂ ਇਸ ਗੱਲ ਨੂੰ ਸਰੀਰ ਤੋਂ ਬਾਹਰ ਕਰਕੇ ਦੇਖੀਏ ਤਾਂ ਇਸ ਤੇ ਡਿਪੈਂਡ ਕਰਦਾ ਕਿ ਜਿਹੜੀ ਸਰਕਾਰ ਹੈਗੀ ਹੈ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਐਬਰੇਸ਼ਨਸ ਹੈਗੇ ਆ, ਜਿਹੜੇ ਇੱਕ ਜਿਹੜੇ ਫालतू ਦੇ ਐਲੀਮੈਂਟਸ ਹੈਗੇ ਆ, ਜਿਹੜੇ ਐਕਸਟ੍ਰੀਮ ਐਲੀਮੈਂਟਸ ਹੈਗੇ ਆ, ਕੀ ਸਰਕਾਰ ਉਹਨਾਂ ਦੇ ਵੱਲ ਕਿਸ ਤਰ੍ਹਾਂ ਦਾ ਵਤੀਰਾ ਰੱਖਦੀ ਹੈ? ਕੀ ਉਹਨਾਂ ਨੂੰ ਉਤੇਜਿਤ ਕਰਦੀ ਹੈ, ਕੀ ਉਹਨਾਂ ਨੂੰ ਰਿਪਰੈਸ ਕਰਦੀ ਹੈ, ਜਾਂ ਉਹਨਾਂ ਨੇ ਨਿਊਟਰਲਾਈਜ਼ ਕਰਕੇ ਰੱਖਦੀ ਹੈ? ਇਹ ਸਾਰਾ ਜਿਹੜਾ ਗੱਲ ਹੈਗੀ ਹੈ ਇਹ ਸਰਕਾਰ ਤੇ ਮੁਨਸਰ ਕਰਦੀ ਹੈ। ਹੁਣ ਦੇਖੋ, ਆਪਾਂ ਜਿੰਨਾ ਮਰਜ਼ੀ ਕਹਿ ਲਈਏ, ਪਰ ਇਸ ਗੱਲ ਦੇ ਅੱਜ ਵੀ ਇਸ ਗੱਲ ਦੇ ਸਬੂਤ ਜਿਹੜੇ ਆ ਮਿਲਦੇ ਪਏ ਆ ਕਿ ਜਿਹੜੇ ਲੋਕ 26 ਜਨਵਰੀ ਵਾਲੇ ਦਿਨ ਲਾਲ ਕਿਲੇ ਵਿੱਚ ਗਏ ਹੈਗੇ ਆ, ਉਹ ਕਿਸੇ ਨਾ ਕਿਸੇ ਏਜੰਸੀ ਦੇ ਜਾਂ ਸਰਕਾਰ ਦੇ ਕਿਸੇ ਕਹਿ ਲਓ ਵੀ ਸਿਸਟਮ ਦੀ ਹੈਲਪ ਤੋਂ ਬਿਨਾਂ ਨਹੀਂ ਪਹੁੰਚੇ। ਔਰ ਖਾਸ ਕਰਕੇ ਜਦੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਕੁਝ ਬੰਦੇ ਜਿਹੜੇ ਹੈਗੇ ਆ ਕਿਲੇ ਦੇ ਵਿੱਚ ਸਵੇਰ ਤੋਂ ਹੀ ਹਾਜ਼ਰ ਸੀ, ਸੋ ਇਹ ਜਿਹੜੀਆਂ ਗੱਲਾਂ ਫਿਰ ਉਹ ਇੱਕ ਖਾਸ ਜਗ੍ਹਾ ਤੇ ਜਾ ਕੇ ਰਾਤ ਨੂੰ 25 ਜਨਵਰੀ ਨੂੰ ਜਿਹੜਾ ਪੁਲਿਸ ਵਾਲਿਆਂ ਦਾ ਜਾ ਕੇ ਕੋਈ ਮੀਟਿੰਗਾਂ ਕਰਨੀਆਂ, ਉਸ ਤੋਂ ਬਾਅਦ ਜਿਹੜੇ ਕੁਝ ਗਰਮ ਜਿਹੜੇ ਸੁਭਾਅ ਵਾਲੇ ਬੰਦੇ ਆ ਉਹਨਾਂ ਦਾ ਕੁਝ ਬੰਦਿਆਂ ਨੂੰ ਉਤੇਜਿਤ ਕਰਨਾ, ਇਹ ਸਾਰੀਆਂ ਗੱਲਾਂ ਤੋਂ ਐਂ ਲੱਗਦਾ ਹੈ ਕਿ ਇਹ ਜਿਹੜਾ ਜੋ ਵੀ ਕੁਝ ਕਾਰਾ 26 ਜਨਵਰੀ ਨੂੰ ਹੋਇਆ ਉਹਦੇ ਪਿੱਛੇ ਕਿਸੇ ਨਾ ਕਿਸੇ ਜਿਹੜੀ ਸਰਕਾਰ ਦੀ ਕੋਈ ਨਾ ਕੋਈ ਹੱਥ ਹੈਗਾ। ਉਹ ਹੁਣ ਦੇਖੋ, ਕਿਉਂਕਿ ਕਾਬਿਲ ਸਰਕਾਰ ਹੈਗੀ ਹੈ, ਇਹ ਬੜਾ ਔਖਾ ਹੈ ਇਸ ਗੱਲ ਨੂੰ ਇਸ ਵੇਲੇ ਸਾਹਮਣੇ ਇਸ ਸੱਚਾਈ ਨੂੰ ਸਾਹਮਣੇ ਅੱਗੇ ਲੈ ਕੇ ਆਉਣਾ ਕਿ ਐਕਚੁਅਲ ਇਹਦੇ ਪਿੱਛੇ ਕੌਣ ਹੈ।
ਪਰ ਇਸ ਗੱਲ ਦਾ ਇਸ਼ਾਰਾ ਜਿਹੜਾ ਹੈ ਉਹ ਜ਼ਰੂਰ ਮਿਲਦਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਲੋਕ ਉੱਥੇ ਗਏ ਹੈ ਉਹ ਆਪਣੇ ਬਲਬੂਤੇ ਤੇ ਨਹੀਂ ਗਏ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਜਿਹੜੀ ਤਾਕਤ ਹੈਗੀ ਹੈ ਜਾਂ ਕੋਈ ਨਾ ਕੋਈ ਸ਼ਕਤੀ ਹੈ ਉਹ ਜ਼ਰੂਰ ਕੰਮ ਕਰ ਰਹੀ ਸੀ, ਯੂ ਨੋ। ਠੀਕ, ਇੱਥੇ ਗੱਲ ਨਿਕਲ ਕੇ ਇਹ ਆਉਂਦੀ ਆ, ਜਿਸ ਤਰ੍ਹਾਂ ਗਵਰਨਮੈਂਟ ਨੇ ਕੋਸ਼ਿਸ਼ ਕਰ ਲਈ ਉਹ ਦਿਸ਼ਾ ਜਿਹੜੀ ਆ ਲੜਕੀ ਬੰਗਲੌਰ ਦੀ, ਉਹਨੂੰ ਟੂਲ ਕਿਟ ਦੇ ਮਸਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ, ਔਰ ਉਹਦੇ ਥਰੂ ਗ੍ਰੇਟਾ ਆ ਉਹਨੂੰ ਵੀ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਜਦ ਕਿ ਉਹ ਇੰਟਰਪਰਸਨੈਲਿਟੀਜ਼ ਨੇ, ਸੈਲੀਬ੍ਰਿਟੀਜ਼ ਨੇ ਜਿਹੜੀਆਂ ਕਿ ਬੜੇ ਅਹਿਮ ਮੁੱਦਿਆਂ 'ਤੇ ਉਹ ਮੂਵਮੈਂਟ ਚਲਾ ਰਹੀਆਂ ਨੇ, ਉਹਨਾਂ ਨੂੰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਉਲਟੀ ਪਈ। ਬਜਾਏ ਉਹਨੂੰ ਅਵਾਇਡ ਕਰਦੇ, ਇਹ ਆਪਣੇ ਇੰਟਰਨੈਸ਼ਨਲ ਲੈਵਲ 'ਤੇ ਸਰਕਾਰ ਨੇ ਆਪਣੀ ਖੁਦ ਦੀ ਬਦਨਾਮੀ ਕਰ ਲਈ, ਨੰਬਰ 1। ਨੰਬਰ 2 'ਤੇ ਜਿਹੜਾ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਆਉਂਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੁਛ ਐਲੀਮੈਂਟਸ, ਲੇਕਿਨ ਪੰਜਾਬ ਦਾ ਵੀ ਕੁਛ ਪੰਜਾਬੀ ਮੀਡੀਆ ਜਾਂ ਸੋਸ਼ਲ ਮੀਡੀਆ ਜਾਂ ਕੁਛ ਚੈਨਲ ਜਿਹੜੇ ਨੇ, ਉਹ ਵੀ ਜਿਹੜੇ ਇਸ ਅਹਿਸਾਸ ਨੂੰ ਜਾਂ ਇਸ ਗਲਤੀ ਨੂੰ ਮੰਨਣ ਦੀ ਅਜੇ ਵੀ ਮਨੋਸਥਿਤੀ ਵਿੱਚ ਨਹੀਂ ਹੈ ਕਿ ਇਹ ਜਿਹੜਾ ਮਸਲਾ ਆ ਇਹ ਕਿਸਾਨੀ ਦਾ ਮਸਲਾ, ਔਰ ਇਹ ਮਸਲਾ ਇਕੱਲਾ ਪੰਜਾਬ ਦਾ ਮਸਲਾ ਨਹੀਂ ਹੈ, ਇਹ ਮਸਲਾ ਜਿਹੜਾ ਆ ਇਹ ਸਾਰੇ ਦੇਸ਼ ਦੇ ਲੋਕਾਂ ਦਾ ਮਸਲਾ। ਆਮ ਜਿਹੜੇ 65 ਜਾਂ 67% ਜਿਹੜੇ 70% ਲੋਕ, 60 ਤੋਂ 70 ਕਰੋੜ ਬੰਦਾ ਜਿਹੜਾ ਹਿੰਦੁਸਤਾਨ ਦਾ, ਉਹ ਖੇਤੀ 'ਤੇ ਡਿਪੈਂਡ ਆ, ਲੇਕਿਨ ਕੁਛ ਮੀਡੀਆ ਜਿਹੜਾ ਉਹ ਅਜੇ ਵੀ ਮੰਨਣ ਨੂੰ ਤਿਆਰ ਨਹੀਂ, ਔਰ ਜਿਹੜੀ ਕਿਸਾਨ ਲੀਡਰਸ਼ਿਪ ਆ ਉਹਨਾਂ 'ਤੇ ਅਜੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਜਾਂ ਤਾਂ ਏਜੰਸੀਆਂ ਦਾ ਹੱਥ ਆ, ਜਾਂ ਉਹ ਜਿਸ ਤਰ੍ਹਾਂ 1980 ਦੇ ਵਿੱਚ ਇਹ ਮੂਵਮੈਂਟ ਚੱਲੀ ਸੀ ਵੱਧ ਅਧਿਕਾਰਾਂ ਦੀ, ਸਟੇਟਾਂ ਦੀ ਫੈਡਰਲ ਢਾਂਚੇ ਦੇ ਸਟਰੋਂਗ ਕਰਨ ਵਾਸਤੇ ਚੱਲੀ ਸੀ, ਲੇਕਿਨ ਉਹਨੇ ਪੰਜਾਬ 'ਚ ਹੋਰ ਰੂਪ ਲੈ ਲਿਆ, ਉਹ ਅੱਤਵਾਦ ਦੇ ਰੂਪ ਦੇ ਵਿੱਚ ਜਾਂ ਖਾਲਿਸਤਾਨ ਦੇ ਰੂਪ ਦੇ ਵਿੱਚ ਕਨਵਰਟ ਕਰ ਦਿੱਤੀ ਗਈ, ਜਦ ਕਿ 1980 ਤੱਕ ਖਾਲਿਸਤਾਨ ਦਾ ਕੋਈ ਨਾਂ ਲੇਵਾ ਨਹੀਂ ਸੀ ਹੈਗਾ। ਔਰ ਸੰਤ ਭਿੰਡਰਾਂਵਾਲੇ ਨੂੰ ਵੀ ਇਹਨਾਂ ਨੇ ਇਨਵੋਲਵ ਕਰ ਲਿਆ, ਕਿਉਂਕਿ ਜਦ ਕਿ ਉਹ ਬੜਾ ਸੰਤ ਆਦਮੀ ਸੀ, ਲੇਕਿਨ ਉਹਨੂੰ ਇਹਨਾਂ ਨੇ ਇੱਕ ਜ਼ਬਰਦਸਤੀ ਬਣਾ ਦਿੱਤਾ ਉਹਨੂੰ, ਬੰਦੇ ਨੂੰ, ਲੇਕਿਨ ਉਹ ਜਦ ਕਿ ਉਹ ਇਹੋ ਜਿਹਾ ਬੰਦਾ ਨਹੀਂ ਸੀ ਹੈਗਾ। ਲੇਕਿਨ ਅੱਜ ਜਿਹੜੀ ਕਿਸਾਨ ਸਥਿਤੀ ਆ, ਪੰਜਾਬ ਦੇ ਲੋਕਾਂ ਨੂੰ ਕਿਹੋ ਜਿਹੀ ਪੋਜੀਸ਼ਨ ਲੈਣੀ ਚਾਹੀਦੀ, ਜਾਂ ਪੰਜਾਬ ਦੇ ਜਵਾਨਾਂ ਨੂੰ, ਨੌਜਵਾਨਾਂ ਨੂੰ ਕਿਹੋ ਜਿਹੀ ਪੋਜੀਸ਼ਨ ਲੈਣੀ ਚਾਹੀਦੀ ਆ, ਔਰ ਅੱਜ ਦੀ ਕਿਸਾਨ ਲੀਡਰਸ਼ਿਪ ਦੀ ਪੋਜੀਸ਼ਨ ਕਿੱਥੇ ਖੜੀ ਹੈ? ਦੇਖੋ ਜੀ, ਮੈਨੂੰ ਤਾਂ ਐ ਲੱਗਦਾ ਹੈਗਾ, ਦੇਖੋ ਹਰ ਜਿਹੜੀ ਮੂਵਮੈਂਟ ਹੈ ਉਹਦੇ ਵਿੱਚ ਹਮੇਸ਼ਾ ਤੋਂ ਹੀ ਜਿਹੜਾ ਯੂਥ ਹੈ ਉਹਦੀ ਜਿਹੜੀ ਸ਼ਮੂਲੀਅਤ ਹੈ ਜਾਂ ਉਹਨਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਹਮੇਸ਼ਾ ਤੋਂ ਰਹੀ ਹੈ, ਯੂ ਨੋ। ਔਰ ਇਹ ਵੀ ਗੱਲ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈਗਾ ਮੰਨਣ ਦੇ ਵਿੱਚ ਕਿ ਯੂਥ ਦਾ ਜਿਹੜਾ ਐਟੀਟਿਊਡ ਹੁੰਦਾ ਹੈ ਟੁਵਰਡਸ ਅ ਸਿਚੁਏਸ਼ਨ, ਉਹ ਹਮੇਸ਼ਾ ਹੀ ਜਿਹੜੇ ਆਮ ਜਿਹੜੇ ਅੱਧ ਖੜੀ ਉਮਰ ਦੇ ਹੁੰਦੇ ਆ, ਜਾਂ ਜਿਹੜੇ ਬਜ਼ੁਰਗ ਹੁੰਦੇ ਆ, ਜਾਂ ਜਿਹੜੇ ਬਿਲਕੁਲ ਠਰਮੇ ਵਾਲੇ ਲੋਕ ਹੁੰਦੇ ਆ, ਉਹਨਾਂ ਨਾਲੋਂ ਥੋੜਾ ਜਿਹਾ ਅੱਡ ਹੁੰਦਾ, ਯੂ ਨੋ। ਔਰ ਉਹਨਾਂ ਨਾਲ ਥੋੜੀ ਬਹੁਤੀ ਨਾਰਾਜ਼ਗੀ ਵੀ ਹਮੇਸ਼ਾ ਇਹਨਾਂ ਦੀ ਚੱਲਦੀ ਰਹਿੰਦੀ ਹੈ। ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਤੁਸੀਂ ਜੇ ਆਪਣੇ ਘਰ ਤੋਂ ਲੈ ਲਓ ਤੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈਗੀ ਹੈ, ਔਰ ਤੁਸੀਂ ਸਮਾਜ ਦੇ ਵਿੱਚ, ਸਟੇਟ ਦੇ ਵਿੱਚ, ਰਾਜ ਦੇ ਵਿੱਚ, ਤੁਹਾਡੇ ਦੇਸ਼ ਦੇ ਵਿੱਚ ਇਹ ਜਿਹੜੀ ਗੱਲ ਹੈਗੀ ਹੈ ਹਮੇਸ਼ਾ ਤੋਂ ਚੱਲਦੀ ਰਹਿੰਦੀ ਹੈ। ਔਰ ਜੇ ਤੁਸੀਂ ਪੁਰਾਣੀ ਮੂਵਮੈਂਟ ਦੇ ਵਿੱਚ ਦੇਖੋਗੇ ਤਾਂ ਉਹਦੇ ਵਿੱਚ ਜਿਹਨੂੰ ਆਪਾਂ ਗਰਮ ਦਲੀਏ ਕਹਿੰਦੇ ਆ, ਉਹ ਬੇਸਿਕਲੀ ਜਿਹੜਾ ਯੂਥ ਐਲੀਮੈਂਟ ਹੈ ਉਹੀ ਹੁੰਦਾ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਉਹਦੇ ਵਿੱਚ ਜੋਸ਼ ਤਾਂ ਹੁੰਦਾ ਹੈ, ਪਰ ਕਦੀ ਇੱਕ ਹੋਸ਼ ਹੈ ਉਹ ਗਵਾ ਬੈਠਦੇ ਆ, ਯੂ ਨੋ। ਸੋ ਜਿੱਦਾਂ ਤੁਸੀਂ ਹਿੰਟ ਕੀਤਾ ਹੈਗਾ ਵੀ ਸੰਸਥਾਵਾਂ ਜਿਹੜੀਆਂ ਐਸੀਆਂ ਹੈਗੀਆਂ ਜਾਂ ਕੁਝ ਟੀਵੀ ਚੈਨਲਸ ਐਸੇ ਆ ਜਾਂ ਜਿਹੜੇ ਅਖਬਾਰ ਐਸੇ ਹੈਗੇ ਆ ਜਿਹੜੇ ਕਿ ਜਾਣ ਬੁੱਝ ਕੇ ਜਿਹੜਾ ਇਸ ਤਰ੍ਹਾਂ ਦਾ ਐਲੀਮੈਂਟ ਹੈਗਾ ਉਸ ਨੂੰ ਨਾਲ ਵੱਧ ਪ੍ਰੋਜੈਕਟ ਕਰ ਰਹੇ ਆ। ਹਾਲਾਂਕਿ ਜਿਹੜੀ ਉਹਨਾਂ ਦੀ ਕਿਸਾਨਾਂ ਦੀ ਜਿਹੜੀ ਜਥੇਬੰਦੀ ਹੈ, ਜਿਹੜੀ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਹੈਗੀ ਹੈ, ਸੰਯੁਕਤ ਜਿਹੜਾ ਮੋਰਚਾ ਹੈਗਾ, ਉਹਨਾਂ ਨੇ ਕੈਟੇਗੋਰੀਕਲੀ ਕਈ ਵਾਰ ਆਖਿਆ ਹੈਗਾ ਕਿ ਜੋ ਵੀ ਫੈਸਲੇ ਉਹਨਾਂ ਵੱਲੋਂ ਲਏ ਜਾਣਗੇ ਬੇਸਿਕਲੀ ਉਹੀ ਇੰਪਲੀਮੈਂਟ ਕੀਤੇ ਜਾਣਗੇ, ਪਰੰਤੂ ਜਿਹੜਾ ਵੱਖ-ਵੱਖ ਸਟੇਜਾਂ ਦੇ ਉੱਤੇ, ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਇਸ ਤਰ੍ਹਾਂ ਦੇ ਐਲੀਮੈਂਟਸ ਵੱਲੋਂ ਜਿਹੜੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈਗੀ ਹੈ ਉਹਦਾ ਮਾੜਾ ਮੋਟਾ ਕਿਤੇ ਨਾ ਕਿਤੇ ਅਸਰ ਤਾਂ ਜ਼ਰੂਰ ਹੁੰਦਾ। ਪਰ ਜੇ ਆਪਾਂ ਕਹੀਏ ਕਿ ਜਿਹੜੀ ਇਹ ਸਾਰੀ ਮੂਵਮੈਂਟ ਦੇ ਉੱਤੇ ਕੋਈ ਸਿੱਧਾ ਅਸਰ ਪੈ ਰਿਹਾ ਹੈਗਾ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਇਸ ਦਾ ਕੋਈ ਸਾਰਾ ਮੂਵਮੈਂਟ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਅਸਰ ਪੈ ਰਿਹਾ। ਹਾਂ, ਠੀਕ ਹੈ ਕਿ ਇਹ ਕਈ ਵਾਰੀ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਇਸ ਚੀਜ਼ ਦਾ ਫਾਇਦਾ ਉਠਾ ਲੈਂਦੀਆਂ। ਦੇਖੋ, ਜਦੋਂ 26 ਜਨਵਰੀ ਦਾ ਇਨਸੀਡੈਂਟ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਕੁਝ ਸਟੇਜਾਂ ਦੇ ਉੱਤੇ ਇਸ ਗੱਲ ਦਾ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਸੀ ਕਿ ਅਸੀਂ ਦਿੱਲੀ ਦੇ ਉੱਤੇ ਜਾ ਕੇ ਹਮਲਾ ਕਰ ਦੇਣਾ, ਅਸੀਂ ਦਿੱਲੀ ਉੱਤੇ ਜਾ ਕੇ ਧਾਵਾ ਬੋਲ ਦੇਣਾ, ਅਸੀਂ ਦਿੱਲੀ ਦੇ ਵਿੱਚ ਪਹੁੰਚ ਜਾਣਾ, ਅਸੀਂ ਲਾਲ ਕਿਲੇ ਨੂੰ ਆਹ ਕਰ ਦੇਣਾ। ਦੇਖੋ, ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ, ਪਰ ਜਿਹੜੀ ਉਹਨਾਂ ਦੀ ਮੇਨ ਲੀਡਰਸ਼ਿਪ ਹੈ ਉਸ ਨੇ ਹਮੇਸ਼ਾ ਹੀ
ਇਹੋ ਜਿਹੀਆਂ ਗੱਲਾਂ ਨੂੰ ਜਿਹੜਾ ਉਹ ਦੁਰਕਾਰਿਆ, ਉਸ ਤੋਂ ਇਨਕਾਰੀ ਹੋਏ। ਉਹਨਾਂ ਨੇ ਕਦੀ ਵੀ ਇਹੋ ਜਿਹੀਆਂ ਗੱਲਾਂ ਨੂੰ ਜਿਹੜੀ ਹੈ ਸਪੋਰਟ ਨਹੀਂ ਕੀਤੀ, ਔਰ ਇਹਦੇ ਉਲਟ ਉਹਨਾਂ ਨੇ ਹਮੇਸ਼ਾ ਹੀ ਇਹ ਕਹਿੰਦੇ ਰਹੇ ਕਿ ਅਸੀਂ ਜਿਹੜਾ ਵੀ ਪ੍ਰੋਗਰਾਮ ਸਾਡਾ ਉਲੀਕਿਆ ਗਿਆ ਹੈਗਾ ਉਹ ਲੋਕਤੰਤਰੀ ਹੋਏਗਾ ਔਰ ਸ਼ਾਂਤਮਈ ਹੋਏਗਾ। ਸੋ ਇਹਦੇ ਵਿੱਚ ਕਈ ਵਾਰ ਸਰਕਾਰਾਂ ਇਹੋ ਜਿਹੇ ਐਲੀਮੈਂਟਸ ਪਾ ਦਿੰਦੀਆਂ ਕਿਉਂਕਿ ਉਹਨਾਂ ਨੇ ਇਹਨਾਂ ਐਲੀਮੈਂਟਸ ਦੇ ਦੁਆਰਾ ਹੀ ਜਿਹੜੀ ਮੂਵਮੈਂਟ ਹੈ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਸੋ ਦੇਖੋ, ਇਹ ਤਾਂ ਇੱਕ ਲੜਾਈ ਹੈਗੀ ਹੈ। ਲੜਾਈ ਦੇ ਵਿੱਚ ਜਿਹੜੀਆਂ ਆਪੋਜ਼ਿਟ ਧਿਰਾਂ ਹੁੰਦੀਆਂ ਉਹਨਾਂ ਦੀ ਆਪਣੀ ਆਪਣੀ ਇੱਕ ਰਾਜਨੀਤੀ ਹੁੰਦੀ ਹੈ ਕਿ ਅਸੀਂ ਦੂਸਰੇ ਨੂੰ ਕਿਸ ਤਰੀਕੇ ਨਾਲ ਕਮਜ਼ੋਰ ਕਰਨਾ, ਕਿਸ ਤਰ੍ਹਾਂ ਡੀਮੋਰਲਾਈਜ਼ ਕਰਨਾ, ਸੋ ਇਹ ਮੈਂ ਤਾਂ ਸਮਝਦਾ ਵੀ ਉਹਦਾ ਪਾਰਟ ਹੈਗਾ। ਠੀਕ ਹੈ, ਇਹ ਤਾਂ ਦੋਵੇਂ ਪਾਸੇ ਚੱਲਦਾ ਹੈ। ਦੇਖੋ, ਆਪਾਂ ਅੱਜ ਕਹੀਏ ਕਿ ਜੇ ਆਪਾਂ ਇਹ ਸੋਚੀਏ ਕਿ ਦੂਸਰੇ ਪਾਸੇ ਸਭ ਕੁਝ ਠੀਕ ਠਾਕ ਹੈ ਤਾਂ ਸਿਰਫ ਇਹੀ ਹੈ ਕਿ ਆਪਣਾ ਇੱਕ ਪਰਦਾ ਬਣਿਆ ਹੋਇਆ ਸਰਕਾਰ ਹੋਣ ਕਰਕੇ। ਮੈਨੂੰ ਨਹੀਂ ਲੱਗਦਾ ਕਿ ਇੰਨੀ ਮੂਵਮੈਂਟ ਖੜਨ ਹੋਣ ਤੋਂ ਬਾਅਦ ਸਰਕਾਰ ਦੇ ਵਿੱਚ ਵੀ ਜਿਹੜੀਆਂ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿਹੜੇ ਆਪਣੀ ਪਾਰਟੀ ਦੇ ਮੈਂਬਰ ਹੁੰਦੇ ਆ, ਭਾਵੇਂ ਉਹ ਬੀਜੇਪੀ ਦੇ ਆ, ਭਾਵੇਂ ਦੇ ਸੰਘ ਦੇ ਮੈਂਬਰਸ ਹੈਗੇ ਆ, ਉਹਨਾਂ 'ਚ ਵੀ ਜਿਹੜੀ ਹੈਗੀ ਹੈ ਜਿਹੜੀ ਘੁਸਰ ਮੁਸਰ ਹੈ ਸ਼ੁਰੂ ਹੋ ਜਾਂਦੀ ਹੈ। ਇੱਕ ਤਰ੍ਹਾਂ ਦੀ ਜਿਹੜੀ ਹੈ ਵਿਰੋਧਤਾ ਸ਼ੁਰੂ ਹੋਣ ਲੱਗ ਜਾਂਦੀ ਹੈ, ਵਿੱਚ ਫੈਕਸ਼ਨ ਬਣਨੇ ਸ਼ੁਰੂ ਹੋ ਜਾਂਦੇ ਆ। ਔਰ ਜਿੱਦਾਂ ਪਹਿਲਾਂ ਦੀ ਸਰਕਾਰ ਦੀਆਂ ਪੋਜੀਸ਼ਨਾਂ ਹੁੰਦੀਆਂ ਜਦੋਂ ਮੂਵਮੈਂਟ ਨਹੀਂ ਸੀ ਚੱਲੀ, ਉਹ ਪੋਜੀਸ਼ਨ ਹੁਣ ਅੱਜ ਦੀ ਡੇਟ ਦੇ ਵਿੱਚ ਨਹੀਂ ਹੈ। ਬਿਲਕੁਲ ਠੀਕ ਤੁਹਾਡੀ ਗੱਲ। ਅੱਜ ਜਿਸ ਤਰ੍ਹਾਂ ਮਤਲਬ ਹੁਣ ਤੇ ਇਹ ਇੱਕ ਸਾਬਤ ਹੋ ਗਿਆ ਵੀ ਇਹ ਜਿਹੜੀ ਮੂਵਮੈਂਟ ਜਿਹੜੀ ਸਰਕਾਰ ਸੀ, ਸੈਂਟਰ ਗਵਰਨਮੈਂਟ, ਕੋਸ਼ਿਸ਼ ਸੀ ਵੀ ਇਸ ਮੂਵਮੈਂਟ ਨੂੰ ਸਿਰਫ ਸੀਮਿਤ ਕਰ ਦਿੱਤਾ ਜਾਵੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਤੱਕ। ਹੁਣ ਜਿਹੜਾ ਮੂਵਮੈਂਟ ਵੱਧ ਗਈ ਹੈ ਯੂਪੀ ਤੱਕ, ਮੱਧ ਪ੍ਰਦੇਸ਼ ਤੱਕ, ਰਾਜਸਥਾਨ ਤੱਕ, ਔਰ ਈਵਨ ਕਿ ਮਹਾਰਾਸ਼ਟਰ 'ਚ ਔਰ ਹੋਰ ਕਈ ਪ੍ਰਦੇਸ਼ਾਂ 'ਚ ਵੱਧਦੀ ਆ, ਬਿਹਾਰ 'ਚ ਵੀ ਆ, ਕਰਨਾਟਕਾ 'ਚ ਵੀ ਡੈਮੋਸਟ੍ਰੇਸ਼ਨ ਹੋ ਗਈ ਆ, ਔਰ ਤਾਮਿਲਨਾਡੂ 'ਚ ਵੀ ਹੋ ਗਈ। ਸਾਰੇ ਕੋਈ ਐਸਾ ਦੇਸ਼ ਦਾ ਕੰਟਰੀ ਸਿਟੀ ਨਹੀਂ ਹੈਗਾ ਜਿੱਥੇ ਮੂਵਮੈਂਟ ਨਹੀਂ ਆਈ। ਹੁਣ ਇਹ ਮੈਂ ਇੱਥੋਂ ਇਹ ਵੀ ਰਿਜ਼ਲਟ ਨਿਕਲਦਾ ਕਿ ਇਹ ਇਕੱਲੀ ਹੁਣ ਪੰਜਾਬ ਦੇ ਨੌਜਵਾਨਾਂ ਦੀ ਜਾਂ ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਨਹੀਂ ਰਹੇਗੀ। ਇਹ ਹੁਣ ਸਾਰੇ ਹਿੰਦੁਸਤਾਨ ਦੇ 500 ਕਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੀ ਮੂਵਮੈਂਟ ਬਣ ਕੇ ਰਹਿ ਗਈ ਯਾਰ। 70% ਲੋਕਾਂ ਦੀ ਮੂਵਮੈਂਟ ਔਰ ਛੋਟੇ ਵਪਾਰੀਆਂ ਦੀ ਮੂਵਮੈਂਟ ਵੀ ਬਣ ਗਈ ਹੈ। ਲੇਕਿਨ ਇਸੇ ਮੂਵਮੈਂਟ ਦੇ ਵਿੱਚ ਇੱਕ ਨਵੀਂ ਸਰਕਾਰ, ਇਹ ਹੁਣ ਦੱਸੋ ਜਰਾ ਵੀ ਇਹ ਅੱਜ ਨਵੀਂ ਚੀਜ਼ ਆਈ ਆ ਵੀ ਬੰਬੇ ਦੇ ਵਿੱਚ ਮੁਕੇਸ਼ ਅੰਬਾਨੀ ਦੇ ਘਰ ਦੇ ਸਾਹਮਣੇ ਉਹ ਜਿਹੜੀਆਂ ਰੋਡਸ ਨੇ ਜਿਹੜੀਆਂ ਕਿ ਉਹ ਬਲਾਸਟ ਕਰਦੀਆਂ ਨੇ, ਉਹ ਗੱਡੀ ਪਕੜੀ ਗਈ ਹੈ। ਵਿੱਚ ਮੈਸੇਜ ਲਿਖਿਆ ਵੀ ਇਹ ਸਿਰਫ ਹਜੇ ਸੈਂਪਲ ਯਾਰ, ਇਹਦਾ ਰਿਜ਼ਲਟ ਅਸੀਂ ਹੋਰ ਦੇਵਾਂਗੇ। ਇਹ ਕੀ ਜਿਹੜੀ ਚੀਜ਼ ਆ, ਇਹ ਸਰਕਾਰ ਵੱਲ ਏਜੰਸੀਆਂ ਕੁਛ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਜਾਂ ਬਾਹਰੀ ਏਜੰਸੀਆਂ ਕੁਛ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ, ਔਰ ਇਹਦਾ ਮੈਸੇਜ ਕੀ ਦੇਣਾ ਚਾਹੁੰਦੇ ਨੇ, ਔਰ ਇਹਦੇ ਵਿੱਚ ਕਿਸਾਨਾਂ ਨੂੰ ਕੀ ਪੋਜੀਸ਼ਨ ਲੈਣੀ ਚਾਹੀਦੀ ਆ, ਔਰ ਸਰਕਾਰ ਨੂੰ ਕੀ ਕਰਨਾ ਚਾਹੀਦਾ, ਇਹਦੇ ਬਾਰੇ ਦੱਸੋ। ਫਿਰ ਮੈਂ ਉਹ ਦੂਜਾ ਸਵਾਲ ਕਰਦਾ ਸ਼ਾਰਟ। ਦੇਖੋ ਸ਼ਰਮਾ ਜੀ, ਪਹਿਲਾਂ ਤਾਂ ਇਹ ਗੱਲ ਅੱਜ ਦੀ ਡੇਟ ਦੇ ਵਿੱਚ ਸਾਰੀ ਦੁਨੀਆ ਮੰਨਦੀ ਹੈ ਕਿ ਇਹ ਜਿਹੜੀ ਮੂਵਮੈਂਟ ਜਿਹੜੀ ਕਿ ਪਹਿਲਾਂ ਪੰਜਾਬ ਹਰਿਆਣਾ ਤੋਂ ਚੱਲੀ ਸੀ, ਉਹ ਕੱਲੀ ਇਹਨਾਂ ਦੋ ਰਾਜਾਂ 'ਚ ਸੀਮਤ ਨਹੀਂ ਰਹੀ। ਇੱਕ ਗੱਲ, ਇਹ ਕੱਲੀ ਦਿੱਲੀ ਦੇ ਬਾਰਡਰ ਤੱਕ ਵੀ ਸੀਮਤ ਨਹੀਂ ਰਹੀ। ਇਹ ਕੱਲੀ ਸਾਡੇ ਜਿਹੜੇ ਸਰਕਾਰ ਦੇ 3 ਕਾਨੂੰਨ ਹੈ ਉਹਨਾਂ ਤੱਕ ਸੀਮਤ ਨਹੀਂ ਹੈ। ਇਹ ਸਾਰੇ ਰਾਜ, ਜਿੰਨੇ ਇੰਡੀਆ ਦੇ ਰਾਜ ਹੈਗੇ ਆ, ਜਿਹੜੇ ਪ੍ਰਦੇਸ਼ ਹੈਗੇ ਆ, ਇਹ ਸਾਰੇ ਇਹਦੇ ਹੁਣ ਸ਼ਾਮਲ ਹੋ ਚੁੱਕੇ ਆ। ਔਰ ਇਹ ਜਿਹੜਾ ਮਸਲਾ ਹੈਗਾ ਇਹ ਕੱਲਾ ਕਿਸਾਨਾਂ ਦਾ ਨਹੀਂ ਰਿਹਾ, ਇਹ ਮਸਲਾ ਜਿਹੜਾ ਹੈਗਾ ਤੁਹਾਡੇ ਜਮਹੂਰੀ ਹੱਕਾਂ ਦਾ ਬਣ ਗਿਆ ਹੈਗਾ ਕਿ ਇੱਕ ਜਿਹੜਾ ਸਿਟੀਜ਼ਨ ਹੈ, ਇੱਕ ਜਿਹੜਾ ਨਾਗਰਿਕ ਹੈ, ਉਹਦੇ ਕੀ ਹੱਕ ਹੁੰਦੇ ਆ, ਕੀ ਜਿਹੜੇ ਉਹਦੇ ਜਮਹੂਰੀ ਹੱਕ ਹੁੰਦੇ ਆ, ਤੇ ਜੇ ਉਹਨਾਂ ਦੀ ਕੋਈ ਵਾਇਲੇਸ਼ਨ ਸਰਕਾਰ ਜਿਹੜੀ ਹੈ ਕਰਦੀ ਹੈ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਸਟੋਰ ਕੀਤਾ ਜਾ ਸਕਦਾ। ਹੁਣ ਜੇ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਗੰਭੀਰਤਾ ਨਾਲ ਵਿਚਾਰੀਏ ਤਾਂ ਸਾਡੇ ਕੋਲ ਇਹ ਗੱਲ ਬਿਲਕੁਲ ਸਪਸ਼ਟ ਤੌਰ ਤੇ ਆਉਂਦੀ ਹੈਗੀ ਹੈ ਕਿ ਸਾਰੀ ਦੁਨੀਆ ਇਸ ਵੇਲੇ ਭਾਰਤ ਵਿੱਚ ਕੀ ਹੋ ਰਿਹਾ ਉਹਦੇ ਉੱਤੇ ਫੋਕਸ ਕਰਕੇ ਬੈਠੀ ਹੈ। ਬੜੀਆਂ ਪਾਰਲੀਮੈਂਟ ਦੇ ਵਿੱਚ, ਬੜੀਆਂ ਅਸੈਂਬਲੀ ਦੇ ਵਿੱਚ ਇਹਦੇ ਬਾਰੇ ਇੱਕ ਓਪਨ ਡਿਸਕਸ਼ਨ ਚੱਲ ਰਹੀ ਹੈ। ਬੜੇ ਜਿਹੜੇ ਵੱਡੇ ਜਿਹੜੇ ਦੇਸ਼ਾਂ ਦੇ ਜਿਹੜੇ ਇਕਨੋਮਿਸਟ ਹੈਗੇ ਆ ਜਾਂ ਜਿਹੜੇ ਅਰਥ ਸ਼ਾਸਤਰੀ ਹੈਗੇ ਆ, ਉਹ ਜਾਂ ਐਗਰੀਕਲਚਰ ਦੇ ਜਿਹੜੇ ਐਕਸਪਰਟ ਹੈਗੇ ਆ, ਉਹ ਅੱਜ ਸਿਰ ਜੋੜ ਕੇ ਬੈਠੇ ਆ ਕਿ ਦੇਖੋ ਇਹ ਕੀ ਗੱਲ ਹੋ ਗਈ ਹੈ ਇੰਡੀਆ ਦੇ ਵਿੱਚ ਜਿਹਦੇ ਕਰਕੇ ਕਿ ਐਡਾ ਵੱਡਾ ਜਿਹੜਾ ਕ੍ਰਾਈਸਿਸ ਬਣ ਗਿਆ ਹੈਗਾ। ਉਹਨਾਂ ਲਈ ਵੀ ਇੱਕ ਇਹ ਸਟੱਡੀ ਮਟੀਰੀਅਲ ਬਣ ਗਿਆ ਹੈਗਾ, ਇੱਕ ਰਿਸਰਚ ਦਾ ਇਸ਼ੂ ਬਣ ਗਿਆ ਹੈਗਾ ਕਿ ਇਹ ਗੱਲ ਕਿੱਥੋਂ ਚੱਲੀ ਸੀ ਔਰ ਕਿਸ ਪਾਸੇ ਜਾ ਰਹੀ ਹੈ ਇਸ ਵੇਲੇ। ਸੋ ਜਿਹੜੀਆਂ ਸਰਕਾਰਾਂ, ਮੈਂ ਜਿੱਦਾਂ ਪਹਿਲਾਂ ਕਿਹਾ ਸੀ
ਜਿੱਦਾਂ ਤੁਸੀਂ ਬੰਬੇ ਦੀ ਇਨਸੀਡੈਂਟ ਦੀ ਗੱਲ ਕੀਤੀ ਹੈ, ਦੇਖੋ ਸਰਕਾਰਾਂ ਹਰ ਪਾਸੇ ਚੱਲਦੀਆਂ। ਸਰਕਾਰ ਜਦੋਂ ਤੁਹਾਡੀ ਕਿਸੇ ਨਾਲ ਲੜਾਈ ਹੋ ਰਹੀ ਹੋਏ ਨਾ, ਤਾਂ ਤੁਸੀਂ ਕਦੀ ਵੀ ਜਿਹੜੀ ਆਪਣੀ ਆਪੋਜ਼ਿਟ ਧਿਰ ਹੈਗੀ ਹੈ ਉਹਨੂੰ ਕਦੀ ਵੀ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਅੰਡਰ ਐਸਟੀਮੇਟ ਕਰਦੇ ਹੋ ਉਦੋਂ ਤੁਸੀਂ ਕਿਸੇ ਨਾ ਕਿਸੇ ਪ੍ਰੋਬਲਮ 'ਚ ਫਸ ਜਾਂਦੇ ਹੋ। ਕਿਉਂਕਿ ਜਦੋਂ ਤੁਹਾਡੀ ਵਿਰੋਧਤਾ ਚੱਲ ਰਹੀ ਹੈ ਤਾਂ ਜਿਹੜੀ ਸਰਕਾਰ, ਜਿਹੜੀ ਕਾਬਜ਼ ਸਰਕਾਰ ਹੈਗੀ ਹੈ, ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤਾਂ ਕਿ ਉਹਦੀ ਜਿਹੜੀ ਪੋਜੀਸ਼ਨ ਹੈ ਉਸ ਨੂੰ ਉਹ ਸੇਵ ਕਰ ਸਕੇ। ਕਿਉਂਕਿ ਦੇਖੋ ਪੋਲੀਟੀਕਲ ਸਿਸਟਮ ਹੈ ਇਸ ਵੇਲੇ, ਤੇ ਵੋਟਾਂ ਦੀ ਰਾਜਨੀਤੀ ਹੈ। ਜਾਂ ਐਕਸਟਰਨਲ ਏਜੰਸੀਆਂ ਵੀ ਪਾਰਟਿਸਿਪੇਟ ਕਰ ਸਕਦੀਆਂ, ਬਾਹਰਲੀਆਂ ਏਜੰਸੀਆਂ ਵੀ ਕੋਈ ਐਸੀਆਂ ਹੋ ਸਕਦੀਆਂ ਨੇ ਮੇਰੀ ਦੁਸ਼ਮਣ ਨੇ। ਦੇਖੋ ਸ਼ਰਮਾ ਜੀ, ਜਿੱਦਾਂ ਮੈਂ ਤੁਹਾਨੂੰ ਸ਼ੁਰੂ 'ਚ ਐਗਜ਼ਾਮਪਲ ਦਿੱਤੀ ਹੈਗੀ ਸੀ ਕੈਂਸਰ ਦੇ ਸੈੱਲ ਦੀ, ਦੇਖੋ ਇਹ ਏਜੰਸੀਆਂ ਜਿਹੜੀਆਂ ਮੈਂ ਸਮਝਦਾ ਵੀ ਇਹ ਕੈਂਸਰ ਸੈੱਲ ਦੇ ਬਰਾਬਰ ਹੈ। ਇਹ ਜਿਹੜੀਆਂ ਹਮੇਸ਼ਾ ਹੀ ਤੁਹਾਡੇ ਸਿਸਟਮ 'ਚ ਅਵੇਲੇਬਲ ਹੁੰਦੀਆਂ, ਇਹ ਨਹੀਂ ਵੀ ਕਿਸੇ ਖਾਸ ਮੌਕੇ ਦੇ ਉੱਤੇ ਆਉਂਦੀਆਂ, ਇਹ ਹਮੇਸ਼ਾ ਤੋਂ ਹੀ ਅਵੇਲੇਬਲ ਹੁੰਦੀਆਂ। ਇਹ ਠੀਕ ਹੈ ਕਿ ਵੀ ਜਿਹੜੀ ਸਰਕਾਰਾਂ, ਉਹ ਜਿਹੜੀਆਂ ਬਾਹਰਲੀਆਂ ਫੋਰਸਸ ਹੈਗੀਆਂ, ਉਹਨਾਂ ਨੂੰ ਕਦੀ ਵੀ ਆਪਣੇ ਕੰਮ ਦੇ ਵਿੱਚ ਇੰਟਰਫੇਅਰ ਕਰਨ ਦਾ ਮੌਕਾ ਹੀ ਨਹੀਂ ਦਿੰਦੀਆਂ। ਉਹ ਇਸ ਤਰੀਕੇ ਦੇ ਨਾਲ, ਇੰਨੀ ਸਮਝਦਾਰੀ ਦੇ ਨਾਲ ਜਿਹੜਾ ਆਪਣਾ ਜਿਹੜੇ ਆਪਣੀ ਕਾਇਨਾਤ ਹੈ ਉਸ ਨੂੰ ਸੰਭਾਲ ਕੇ ਰੱਖਦੀਆਂ, ਜਾਂ ਆਪਣੇ ਲੋਕਤੰਤਰ ਨੂੰ ਸੰਭਾਲ ਕੇ ਰੱਖਦੀਆਂ, ਜਾਂ ਇਹਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਸੰਭਾਲ ਕੇ ਰੱਖਦੀਆਂ, ਕਿ ਉਹ ਕਿਸੇ ਨੂੰ ਜਿਹੜਾ ਹੈਗਾ ਉਹ ਪਲਪ ਨਹੀਂ ਦਿੰਦੀਆਂ। ਦੇਖੋ ਜਿੱਦਾਂ ਉਹ ਕਹਿੰਦੇ ਕਿ ਟੂ ਫਿਸ਼ ਇਨਟੂ ਦਾ ਟਰਬਲਡ ਵਾਟਰ, ਜੇ ਟਰਬਲਡ ਵਾਟਰ ਹੋਣਗੇ ਤਾਂ ਹੀ ਤੁਸੀਂ ਫਿਸ਼ ਕਰੋਗੇ ਨਾ ਜੀ। ਤੇ ਜੇ ਤੁਸੀਂ ਸ਼ਾਂਤ ਪਾਣੀ ਹੈ ਉਹਦੇ ਵਿੱਚ ਤੁਸੀਂ ਕੀ ਲੱਭੋਗੇ? ਹਾਂ ਬਿਲਕੁਲ। ਇੰਦਰਦੀਪ ਜੀ 4 ਮਿੰਟ ਰਹਿ ਗਏ, ਆਪਾਂ 4 ਮਿੰਟਾਂ 'ਚ ਕਵਰ ਕਰਨਾ। ਇੱਕ ਸਵਾਲ, ਇੱਕ ਕੁਐਸਚਨ ਲਾਸਟ ਹੈ, ਬੜਾ ਅਹਿਮ ਕੁਐਸਚਨ ਆ ਵੀ ਇਸ ਸਰਕਾਰ ਨੇ ਧਾਰਮਿਕ ਪੱਤੇ ਨੂੰ, ਧਾਰਮਿਕ ਮੁੱਦੇ ਨੂੰ ਓਵਰ ਰੂਲ ਕਰਨ ਦੀ ਕੋਸ਼ਿਸ਼ ਕੀਤੀ ਦੂਜਿਆਂ ਮੁੱਦਿਆਂ ਦੇ ਅਗੇਂਸਟ। ਨਾਗਰਿਕਤਾ ਦਾ ਮਸਲਾ, ਜੋ ਹੁਣ ਅੱਜ ਦੀ ਡੇਟ 'ਚ ਹਿੰਦੁਸਤਾਨ ਦੇ ਨਾਗਰਿਕ ਜਿਹੜੇ ਨੇ ਆਪਣੇ ਅਧਿਕਾਰਾਂ ਲਈ ਔਰ ਆਪਣੀ ਆਰਥਿਕਤਾ ਲਈ ਲੜਾਈ ਲੜ ਰਹੇ ਨੇ, ਕਿਉਂਕਿ 70% ਦੇ ਕਿਸਾਨ ਨੇ, ਲੇਬਰ ਵੀ ਆ ਗਈ, ਟਰੇਡਰ, ਛੋਟਾ ਟਰੇਡਰ ਵੀ ਆ ਗਿਆ ਮੂਵਮੈਂਟ ਦੇ ਵਿੱਚ, ਔਰ ਮੁਲਾਜ਼ਮ ਵੀ ਹੌਲੀ ਹੌਲੀ ਆ ਰਹੇ ਨੇ। ਕੀ ਇਹ ਕਿਸਾਨ ਮੁੱਦਾ, ਜਿਹੜਾ ਆਰਥਿਕ ਮੁੱਦਾ ਤੇ ਵੱਧ ਜਿਹੜੇ ਅਧਿਕਾਰਾਂ ਦਾ ਮੁੱਦਾ, ਜਿਹੜੇ ਹੈਗੇ ਨੇ ਨਾਗਰਿਕ ਹਿੰਦੁਸਤਾਨ ਦੇ, ਉਹ ਜਿੱਤਣਗੇ ਇਸ ਵਿੱਚ, ਜਾਂ ਇਹਨਾਂ ਦਾ ਜਿਹੜਾ ਧਾਰਮਿਕ ਮੁੱਦਾ ਆ, ਧਾਰਮਿਕ ਕਾਰਡ ਆ, ਜਿਹੜਾ ਓਵਰ ਪਾਵਰ ਕਾਰਡ ਆ ਸਾਰੇ ਮੁੱਦਿਆਂ ਨੂੰ, ਉਹਦਾ ਕੀ ਪੋਜੀਸ਼ਨ ਰਹੇਗੀ? ਇਹਦੇ ਵਿੱਚ ਦੱਸੋ ਜਰਾ, ਥੋੜਾ 4 ਮਿੰਟ 'ਚ ਕੰਪਲੀਟ ਕਰਨਾ ਆਪਾਂ। ਦੇਖੋ ਗੱਲ ਪਤਾ ਕੀ ਹੈ, ਦੇਖੋ ਹੁਣ ਤੱਕ ਜਿਹੜੀ ਮੋਦੀ ਸਰਕਾਰ ਹੈਗੀ ਹੈ ਉਹ ਪੋਲਰਾਈਜੇਸ਼ਨ ਦਾ ਜਿਹੜਾ ਕਾਰਡ ਹੈ ਉਹਨੂੰ ਵਰਤਦੀ ਰਹੀ ਹੈ, ਲੋਕਾਂ ਨੂੰ ਅੱਡ ਕਰਕੇ, ਲੋਕਾਂ ਦੇ ਵਿੱਚ ਵਖਰੇਵੇਂ ਪਾ ਕੇ ਉਹਦਾ ਫਾਇਦਾ ਉਠਾਉਂਦੀ ਰਹੀ ਹੈ। ਇੱਥੇ ਤੱਕ ਕਿ ਜਿਹੜੀ ਇੱਕ ਕਮਿਊਨਿਟੀ ਵਿਰੁੱਧ ਜਿਹੜਾ ਇਹਨਾਂ ਦਾ ਜਿਹੜਾ ਪ੍ਰਚਾਰ ਹੈਗਾ ਸੀ, ਜਾਂ ਜਿਹੜਾ ਰਿਪਰੈਸ਼ਨ ਸੀ, ਉਹ ਉਸ ਕਮਿਊਨਿਟੀ ਦੇ, ਜੇ ਉਹ ਕਿਤੇ ਗੁਆਂਢੀ ਰਾਜਾਂ ਦੇ ਵਿੱਚ ਵੀ ਸੀ, ਉਸ ਦੇ ਵਿੱਚ ਵੀ ਉਸ ਦਾ ਜਿਹੜੀ ਇਨਵੋਲਵਮੈਂਟ ਆ ਬਣੀ ਹੋਈ ਸੀ। ਹੁਣ ਤੁਸੀਂ ਜੇ ਪਿੱਛੇ ਜੇ ਦੇਖਿਆ ਹੋਣਾ ਕਿ ਹੁਣੀ ਬਾਈਡਨ ਦੇ ਆਉਣ ਦੇ ਨਾਲ ਜਿਹੜਾ ਚੀਨ ਦੇ ਨਾਲ ਵੀ ਆਪਣੇ ਰਿਲੇਸ਼ਨਸ ਦੇ ਵਿੱਚ ਇੰਪਰੂਵਮੈਂਟ ਆਈ ਹੈ। ਦੂਜੇ ਪਾਸੇ ਜਿਹੜਾ ਪਾਕਿਸਤਾਨ ਹੈਗਾ ਉਹਦੇ ਨਾਲ ਵੀ ਜਿਹੜੇ ਸਾਡੇ ਕਿੰਨੇ ਚਿਰ ਤੋਂ ਜਿਹੜਾ ਤੁਹਾਡਾ ਸੀਜ਼ ਫਾਇਰ ਹੈਗਾ, ਉਹਦੀ ਵਾਇਲੇਸ਼ਨ ਜਿਹੜੀ ਆ ਬਾਰ-ਬਾਰ ਹੋ ਰਹੀ ਸੀ। ਪਰੰਤੂ ਪਿੱਛੇ ਜਿਹੜੀਆਂ ਇਹਨਾਂ ਦੀਆਂ ਡਾਇਰੈਕਟਰ ਜਨਰਲ ਦੇ ਪੱਧਰ ਦੇ ਉੱਤੇ ਜਿਹੜੀਆਂ ਮੀਟਿੰਗਾਂ ਹੋਈਆਂ, ਉਹਦੇ ਵਿੱਚ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਸ਼ਾਂਤੀ ਹੈ ਔਰ ਇਸ ਦੀ ਵਾਇਲੇਸ਼ਨ ਨੂੰ ਖਤਮ ਕਰਨ ਦੇ ਲਈ, ਠੀਕ ਹੈ, ਜਿਹੜੇ ਯਤਨ ਕੀਤੇ ਆ, ਔਰ ਦੋਵੇਂ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਟੇਬਲ ਤੇ ਵਾਪਸ ਆ ਗਈਆਂ। ਹੁਣ ਜੇ ਆਪਾਂ ਦੇਖਿਆ ਜਾਏ ਤਾਂ ਇਹ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਹੈ ਇਹ ਉਹਦੇ ਮੁਤਾਬਕ ਨਹੀਂ ਹੈ ਗੱਲ, ਕਿਉਂਕਿ ਸਰਕਾਰ ਜਿਹੜੀ ਹੈਗੀ ਆ ਉਹ ਨਹੀਂ ਚਾਹੁੰਦੀ ਕਿ ਜਿਹੜੇ ਦੂਜੇ ਮੁਲਕਾਂ ਦੇ ਨਾਲ ਜਿਹੜੇ ਰਿਲੇਸ਼ਨ ਹੈਗੇ ਆ ਉਹ ਇੰਨੇ ਕੁ ਬਿਹਤਰ ਹੋਣ। ਕਿਉਂਕਿ ਦੇਖੋ ਇਹਨਾਂ ਦੇ ਕੋਲ ਇੱਕੋ ਹੀ ਤਰੀਕਾ ਹੈਗਾ ਕਿ ਨੈਸ਼ਨਲਿਜ਼ਮ ਦਾ ਨਾਰਾ ਮਾਰੋ, ਠੀਕ ਹੈ, ਕਮਿਊਨਿਟੀਜ਼ ਨੂੰ ਦੂਜੀ ਕਮਿਊਨਿਟੀਜ਼ ਦੇ ਨਾਲ ਜਿਹੜਾ ਹੈਗਾ ਪੋਲਰਾਈਜ਼ ਕਰ ਦਿਓ, ਤਾਂ ਕਿ ਜਿਹੜੀਆਂ ਕਮਿਊਨਿਟੀ ਜਿਹੜੀਆਂ ਹੈਗੀਆਂ ਉਹ ਆਪਸ ਵਿੱਚ ਲੜੀ ਜਾਣ ਤੇ ਸਰਕਾਰਾਂ ਜਿਹੜਾ ਉਹਦਾ ਫਾਇਦਾ ਉਠਾ ਸਕਣ। ਗੱਲ ਤਾਂ ਮਸਲਾ ਤਾਂ ਇੰਨਾ ਹੀ ਹੈ। ਔਰ ਮੈਨੂੰ ਲੱਗਦਾ ਕਿ ਹੁਣ ਜਿਹੜੇ ਲੋਕ ਹੈਗੇ ਆ ਉਹ ਇਸ ਸਰਕਾਰ ਦੀ ਜਿਹੜੀ ਨੀਤੀ ਹੈ ਉਸ ਨੂੰ ਕਾਫੀ ਹੱਦ ਤੱਕ ਸਮਝ ਚੁੱਕੇ ਆ। ਹੁਣ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ ਪਹਿਲਾਂ ਸੀ, ਜਿਹਦੇ ਵਿੱਚ ਕਿ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਬਹਿਕਾਵੇ ਦੇ ਵਿੱਚ ਆ ਜਾਂਦੇ ਸੀ ਤੇ ਜਿੱਦਾਂ ਸਰਕਾਰ ਕਹਿੰਦੀ ਸੀ ਉਦਾਂ ਮੰਨ ਲੈਂਦੇ ਸੀ। ਹੁਣ ਜਿਹੜੇ ਲੋਕ ਹੈ ਉਹ ਪਹਿਲਾਂ ਮਤਲਬ ਜ਼ਿਆਦਾ ਸਿਆਣੇ ਹੋ ਗਏ। ਜਿਹੜੀਆਂ ਆਰਥਿਕ ਤੰਗੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕਾਰਨ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ, ਉਹ ਇੱਕ ਵੱਡਾ ਕਾਰਨ ਬਣ ਗਿਆ, ਜਿਹਦੇ ਨਾਲ ਕਿ ਜਿਹੜੀ ਸਰਕਾਰ ਦੀ ਸੋ ਕਾਲਡ ਪੋਲਰਾਈਜੇਸ਼ਨ ਦੀ ਜਿਹੜੀ ਨੀਤੀ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਨੰਗੀ ਚਿੱਟੀ ਹੋ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ।
ਚਲੋ ਟਾਈਮ ਖਤਮ ਹੋ ਰਿਹਾ ਇਹਦਾ ਮਤਲਬ ਇਹ ਹੋਇਆ ਵੀ ਹੁਣ ਸਹੀ ਲੀਹਾਂ ਤੇ ਪੋਲਿਟਿਕਸ ਹੋਏਗੀ, ਜਾਂ ਤੇ ਜਿਹੜੀ ਦੇਸ਼ ਦੇ ਆਰਥਿਕ ਮੁੱਦੇ ਜਿੱਤਣਗੇ ਜਾਂ ਪੋਲਰਾਈਜੇਸ਼ਨ ਜਿੱਤੇਗੀ। ਔਰ ਦੇਖੋ ਆਉਣ ਵਾਲਾ ਸਮਾਂ ਕੀ ਨਿਤਾਰਾ ਕਰਦਾ ਆ। ਮੈਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡਾ ਇਹ ਪਸੰਦ ਆਏਗਾ ਔਰ ਆਪਣੇ ਵਿਚਾਰ ਦੇਣਗੇ। ਸਰਦਾਰ ਇੰਦਰਦੀਪ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਇੱਕ ਨਵਾਂ ਪ੍ਰੋਗਰਾਮ, ਨਵੇਂ ਮੁੱਦੇ ਲੈ ਕੇ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਤੇ ਆਪਣਾ ਆਦਾਬ ਤੇ ਨਮਸਕਾਰ।